ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਅੱਜ ਦੇ ਬੁਲੇਟਿਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਧਰਨਾ ਦੇ ਕੇ ਡੀਸੀ ਦਫ਼ਤਰ ਅੱਗੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਧਰਨਾ ਪ੍ਰਦਰਸ਼ਨ MSP ਗਾਰੰਟੀ ਦੀਆਂ ਲਟਕਦੀਆਂ ਮੰਗਾਂ ਤੇ ਕੇਂਦਰ ਸਰਕਾਰ ਨਾਲ ਕੀਤੇ ਵਾਅਦੇ ਨੂੰ ਲੈ ਕੇ ਕੀਤਾ ਗਿਆ। ਇਹ ਧਰਨਾ ਤਾਂ ਪਹਿਲਾਂ ਤਾਂ ਹੈ ਨਹੀਂ ਜੀ, ਨਾ ਆਖਰੀ ਆ। ਇਹ ਵੈਸੇ ਤਾਂ ਇਹ ਇੱਕ ਸੰਘਰਸ਼ ਚੱਲ ਰਿਹਾ। ਜਿਹੜੀ ਸਾਡੀ ਖੇਤੀ ਆ, ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਆ ਜਿਹੜਾ ਸਾਰੀ ਭਾਰਤ ਦੀ ਫਸਲ ਨੂੰ ਅੰਨ ਮੁਹੱਈਆ ਕਰਦਾ ਗਾ ਤੇ ਹੋਰ ਜਿਹੜੀਆਂ ਲੋੜੀ ਦੀਆਂ ਖਾਦ ਪਦਾਰਥ ਨੇ ਉਹ ਮੁਹੱਈਆ ਕਰਦਾ ਗਾ ਤੇ ਕੇਂਦਰ ਹਕੂਮਤ ਇਸ ਖੇਤੀ ਸੈਕਟਰ ਨੂੰ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ, ਵੱਡੇ ਵਪਾਰੀਆਂ ਨੂੰ, ਕਾਰੋਬਾਰੀਆਂ ਨੂੰ ਦੇਣਾ ਚਾਹੁੰਦੀ ਆ, ਜਿਸ ਕਰਕੇ ਸਾਡਾ ਇਹ ਵਿਰੋਧ ਆ। ਅਸੀਂ ਇਹਦੇ ਖਿਲਾਫ ਆ ਜਿਹੜਾ ਸੰਘਰਸ਼ ਆ, ਜਿਹੜਾ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਸੱਦਾ ਸੀ, ਪੂਰੀ ਮੁਹਿੰਮ ਆ ਜਿਹੜੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਪਖਾਈ ਦੀ ਆ। ਜਾਣੀ ਜੇ ਸਰਕਾਰ ਸਾਡੀ ਅੱਜ ਵੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਤਿੱਖਾ ਹੋਊਗਾ ਮੰਗਾਂ ਨੂੰ ਲੈ ਕੇ। ਕਿਉਂਕਿ ਇਹ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਜਿਹੜਾ ਸੰਯੁਕਤ ਮੋਰਚੇ ਦੇ ਸੱਦੇ ਤੇ 11 ਤੋਂ ਲੈ ਕੇ 17 ਅਪ੍ਰੈਲ ਤੱਕ ਅਸੀਂ ਲਗਾਤਾਰ ਜਾਣੀ ਇਹ ਸਾਰੇ ਜ਼ਿਲ੍ਹਿਆਂ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਗਏ ਸੀ। ਜਿਹੜੀ ਸਾਡੀ MSP ਜਾਣੀ ਦੀ ਕਮੇਟੀ ਬਣਾਈ ਸੀ, ਉਹ ਅੱਜ ਤੱਕ ਉਹਦੀ ਕੋਈ ਮੀਟਿੰਗ ਨਹੀਂ ਹੋਈ। ਜਾਣੀ ਕਮੇਟੀ ਦੀ ਨਾ ਹੀ ਕੋਈ ਮਤਲਬ ਕਿ ਕੋਈ ਵੀ ਉਹਦੀ ਸੁਣਵਾਈ ਹੋਈ ਹੈ। ਜਾਣੀ ਇਹ ਅਸੀਂ ਮੰਗ ਪੱਤਰ ਦੇ ਰਹੇ ਹਾਂਗੇ ਡੀਸੀਆਂ ਨੂੰ ਵੀ ਜਾਣੀ ਇਹ MSP ਹੈ ਜਿਹੜੀ ਇਹਦੀ ਗਰੰਟੀ ਦਿੱਤੀ ਜਾਵੇ। ਤੇ ਅੱਜ ਦਾ ਦਿਨ ਸਾਡਾ ਇਹ ਧਰਨਾ ਹੈਗਾ ਤੇ ਇਕੱਲਾ MSP ਹੀ ਨਹੀਂ ਹੈਗੀ, ਨਾਲ ਜਾਣੀ ਸਾਡੀਆਂ ਮੰਗਾਂ ਹੋਰ ਵੀ ਨੇਗੀਆਂ ਵੀ ਜਿਹੜੇ ਮਤਲਬ ਕਿ ਵੀ ਸਾਡੇ ਜਿਹੜੇ ਲਖੀਮਪੁਰ ਖੀਰ ਦੇ ਮਤਲਬ ਸ਼ਹੀਦ ਕੀਤੇ ਸੀਗੇ ਅਜੇ ਮਿਸ਼ਰਾ ਟਹਿਣੀ ਤੇ ਉਹਦਾ ਮੁੰਡਾ ਤੇ ਜਿਹੜੇ ਹੋਰ ਨਾਲ ਸੀਗੇ ਕਾਤਲ, ਉਹ ਸਰੇਆਮ ਘੁੰਮ ਰਹੇ ਨੇ। ਉਹਨਾਂ ਨੂੰ ਜਿਹੜੀ ਕਤਲ ਜਾਣੀ ਕੀਤਾ ਗਾ, ਸਾਡੀ ਮੰਗ ਹੈ ਕਿ ਉਹਨਾਂ ਨੂੰ ਫਾਹੇ ਲਾਇਆ ਜਾਵੇ। ਅੱਜ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਜੋ MSP ਸਰਕਾਰ ਵੱਲੋਂ ਤੈਅ ਕਰਕੇ ਫਸਲਾਂ ਦਾ ਜਿਹੜਾ ਸਰਕਾਰੀ ਰੇਟ ਬੰਨ੍ਹਿਆ ਜਾਂਦਾ ਹੁੰਦਾ ਹੈ, ਉਹਨੂੰ ਖਤਮ ਕਰਨ ਦੇ ਉੱਤੇ ਸਰਕਾਰ ਤੁਲੀ ਹੋਈ ਹੈ। ਉਹਨੂੰ ਲੈ ਕੇ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜਿਹੜਾ ਇਹ ਹਫ਼ਤਾਵਾਰੀ ਸਾਡਾ ਪ੍ਰੋਗਰਾਮ ਸੰਯੁਕਤ ਮੋਰਚੇ ਵੱਲੋਂ ਲਿਖਿਆ ਗਿਆ ਸੀਗਾ ਦਿੱਲੀ ਦੇ ਵਿੱਚ ਮੀਟਿੰਗ ਕਰਕੇ, ਉਹਨੂੰ ਲੈ ਕੇ ਅੱਜ ਇਹ BKU ਏਕਤਾ ਉਗਰਾਹਾਂ ਵੱਲੋਂ 11 ਤਰੀਕ ਤੋਂ ਲਗਾਤਾਰ ਅੱਜ ਕੱਲ੍ਹ 17 ਸੀਗੀ, ਕੱਲ੍ਹ ਐਤਵਾਰ ਕਰਕੇ ਅਸੀਂ ਇੱਕ ਦਿਨ ਵਧਾ ਲਿਆ। ਅੱਜ 18 ਤਰੀਕ ਤੱਕ ਜਿਹੜਾ ਸਾਡਾ ਇਹ ਪੂਰੇ ਹਿੰਦੁਸਤਾਨ ਦੇ ਵਿੱਚ, ਇੱਧਰ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ MSP ਦੇ ਮੁੱਦੇ ਦੇ ਉੱਤੇ ਜਿਹੜਾ ਪ੍ਰੋਗਰਾਮ ਲਗਾਤਾਰ ਜਾਰੀ ਕੀਤਾ ਗਿਆ ਹੈਗਾ। ਜਿਹੜੀ MSP ਦੀ ਸਰਕਾਰੀ ਖਰੀਦ ਹੈ ਫਸਲਾਂ ਦੀ, ਉਹਨੂੰ ਲਾਗੂ ਕਰਾਉਣ ਵਾਸਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ, ਕਣਕ ਦੇ ਉੱਤੇ, ਬਾਕੀ ਹੋਰ ਫਸਲਾਂ ਦੇ ਉੱਤੇ ਵੀ ਜਿਹੜੀ MSP ਹੈ ਸਰਕਾਰ ਵੱਲੋਂ ਉਹ ਲੈਣੀ ਹੈ। ਉਹ ਸਰਕਾਰ ਦੇ ਨਾਲ ਸਾਡੀਆਂ ਜਿਹੜੀਆਂ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ, ਹੁਣ ਕੱਲ੍ਹ ਵੀ ਮੀਟਿੰਗ ਕਰਕੇ ਆਏ ਸੀ, ਉਹਦੇ ਤੇ ਵੀ ਗੱਲ ਚੱਲ ਰਹੀ ਹੈ। MSP ਦੀ ਜਿਹੜੀ ਸਾਡੀ ਪੂਰੀ ਗਰੰਟੀ ਹੈਗੀ, ਉਹਦੇ ਲਈ ਅਸੀਂ ਹਫ਼ਤਾਵਾਰੀ ਪੂਰਾ ਮਨਾ ਰਹੇ ਹਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ। ਅੱਜ ਅਸੀਂ DC ਨੂੰ ਮੰਗ ਪੱਤਰ ਦੇਣ ਆਏ ਆਂਗੇ ਕਿ ਜਿਹੜਾ ਸਾਡੇ ਜਿਹੜੀ MSP ਦੀ ਜਿਹੜੀ ਗਰੰਟੀ ਹੈਗੀ ਉਹ ਲਾਗੂ ਕੀਤੀ ਜਾਵੇ। ਜਿਹੜਾ ਇਹਦਾ ਪੱਕਾ ਸਾਡੀ ਫਸਲਾਂ ਦਾ ਜਿਹੜਾ ਰੇਟ ਹੈਗਾ ਉਹ ਪੱਕਾ ਲਾਗੂ ਹੋਵੇ। ਬਿਲਕੁਲ ਜੀ, ਕੇਂਦਰ ਸਰਕਾਰ ਭੱਜੀ ਹੈਗੀ ਸਾਡੇ ਵਾਅਦੇ ਤੋਂ। ਜਿਹੜਾ ਅਜੇ ਮਿਸ਼ਰਾ ਗਾ ਉਹ ਵੀ ਉਸੇ ਤਰ੍ਹਾਂ ਅੱਜ ਸ਼ਰੇਆਮ ਘੁੰਮ ਰਿਹਾ ਗਾ, ਉਹਨੂੰ ਸਜ਼ਾ ਦਿਵਾਉਣ ਦੇ ਲਈ ਅਸੀਂ ਜਿਹੜਾ ਇਹ ਅੱਜ ਅਸੀਂ ਹਫ਼ਤਾਵਾਰੀ ਮਨਾ ਰਹੇ ਹਾਂ ਕਿ DC ਦਫ਼ਤਰ ਨੂੰ ਮੰਗ ਪੱਤਰ ਦੇ ਰਹੇ ਹਾਂਗੇ। ਅਸਲ 'ਚ ਇਹ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਹੈ ਜਿਹੜੀ 14 ਮਾਰਚ ਦੀ ਅਸੀਂ ਦਿੱਲੀ ਦੇ ਵਿੱਚ ਕੀਤੀ ਹੈ। ਉਹਦੇ 'ਚ ਤੈਅ ਕੀਤਾ ਸੀ ਵੀ ਅਸੀਂ ਇਹ 11 ਤੋਂ ਲੈ ਕੇ 17 ਅਪ੍ਰੈਲ ਤੱਕ SKM ਇਹਦਾ ਮਤਲਬ ਜਿਹੜੇ MSP ਹੈ ਇਹਦਾ ਗਰੰਟੀ ਕਾਨੂੰਨ ਬਣਾ ਕੇ ਸਪਤਾਹ ਮਨਾਵਾਂਗੇ। ਉਹ ਸਾਡੀ ਜਥੇਬੰਦੀ ਵੱਲੋਂ ਰੱਖਿਆ ਸੀ 15, 16 ਤੇ 18 ਦਾ। 17 ਦੀ ਛੁੱਟੀ ਆ ਗਈ ਸੀ, ਇਸ ਕਰਕੇ ਉਹ 18 ਕਰ ਲਿਆ ਤੇ ਉਹਦੇ ਤਹਿਤ ਹੀ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ। ਅੱਜ ਸਾਡੇ 6 ਜ਼ਿਲ੍ਹਿਆਂ 'ਚ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਪ੍ਰੋਗਰਾਮ। ਉਹਨਾਂ ਦੇ ਵਿੱਚ MSP ਨੂੰ ਗਰੰਟੀ ਕਾਨੂੰਨ ਬਣਾਉਣ ਦੀ MSP ਗਰੰਟੀ ਕਾਨੂੰਨ ਹੈ ਜਾਂ ਹੋਰ ਨਹੀਂ, MSP ਗਰੰਟੀ ਕਾਨੂੰਨ ਹੈ ਪੰਜਾਬ ਦੀ। ਤਾਂ ਇਹ ਹੈ ਵੀ ਜਿਹੜੀ ਇਹ ਕਣਕ ਦੀ ਝਾੜ ਘਟ ਗਿਆ, ਇਹ ਫੌਰੀ ਪਿੱਛੋਂ ਆਈ ਹੈ ਗੱਲ। ਇਹ ਅੱਜ ਅਸੀਂ ਸਥਾਨਕ ਮੰਗ ਦੇ ਨਾਲ ਉਹ ਵੀ ਜੋੜੀ ਹੋਈ ਹੈ ਵੀ ਇਹਦੇ ਜਿਹੜਾ ਕਣਕ ਦਾ ਭਾਰ ਮੌਸਮ ਦੀ ਤਬਦੀਲੀ ਕਰਕੇ, ਵੱਡਾ ਗਰਮੀ ਪੈਣ ਕਰਕੇ ਝੜ ਗਿਆ 5-6 ਕੁਆਂਟਲ ਕਿੱਲੇ ਮਗਰ ਝਾੜ। ਉਹਦੇ ਕੱਲ੍ਹ ਮੁੱਖ ਮੰਤਰੀ ਨਾਲ ਗੱਲਬਾਤ ਵੀ ਹੋਈ ਸੀ ਤੇ ਉਹਦੇ 'ਚ ਉਹਨੇ ਮੰਨਿਆ ਵੀ ਵੀ ਬੋਨਸ ਦੇਵਾਂਗੇ, ਉਹ ਗੱਲ ਵੀ ਜਾਣੀ ਵਿੱਚ। ਅੱਛਾ, ਇੱਕ ਜਿਹੜਾ ਅਸੀਂ ਸੰਯੁਕਤ ਦੇ ਦੀ ਰੱਦ ਹੋਈ ਹੈ ਵੱਲੋਂ, ਉਹਦੇ ਸੰਬੰਧੀ ਵੀ ਸੰਯੁਕਤ ਮੋਰਚੇ ਵੱਲੋਂ ਜਿਹੜਾ ਸੰਘਰਸ਼ ਦੀ ਤਿਆਰੀ ਕੀਤੀ ਜਾ ਰਹੀ ਸੀ,
ਉਹ ਅੱਜ ਸਾਡੀ ਇਹ ਸੀਗਾ ਵੀ ਜੇ ਸ਼ਾਮ ਨੂੰ ਜ਼ਮਾਨਤ ਨਾ ਰੱਦ ਹੋਈ ਤਾਂ ਅਸੀਂ ਅੱਜ ਸ਼ਾਮ ਦੀ ਰੱਖੀ ਸੀ 4 ਵਜੇ ਦੀ ਜ਼ੂਮ ਮੀਟਿੰਗ ਦੇ ਸੀਗਾ ਵੀ ਜੇ ਜ਼ਮਾਨਤ ਰੱਦ ਨਾ ਹੋਈ ਫਿਰ ਐਕਸ਼ਨ ਪਲਾਨ ਕਰਾਂਗੇ ਅਸੀਂ ਸੰਯੁਕਤ ਮੋਰਚੇ ਵੱਲੋਂ। ਉਹ ਪਹਿਲਾਂ ਸਾਡਾ ਤੈਅ ਸੀ ਕਿਉਂਕਿ ਅਸੀਂ ਪਰਸੋਂ ਮੀਟਿੰਗ ਕਰ ਲਈ ਸੀ, ਜ਼ੂਮ ਮੀਟਿੰਗ ਦੇ ਫੈਸਲਾ ਸੀਗਾ ਉਹ ਸਾਡੀ। ਹੁਣ ਮੈਂ ਜ਼ੂਮ ਮੀਟਿੰਗ ਦੇ ਵਿੱਚ ਮੈਂ ਜਾਣਾ ਸੀ, ਮੈਂ ਇਸੇ ਕਰਕੇ ਤੁਸੀਂ ਜ਼ਿਆਦਾ ਕਾਬਲੇ ਸੀਗੇ, ਤੁਹਾਡਾ ਪਹਿਲਾਂ ਕਰ ਲਈ ਗੱਲਬਾਤ। ਮੈਂ ਇਸ ਤੋਂ ਬਾਅਦ ਜ਼ੂਮ 'ਚ ਬੈਠਣਾ, ਉਹ ਬਾਅਦ 'ਚ ਅਸੀਂ ਕੀ ਕਰਨਾ, ਉਹਦੀ ਰੱਦ ਹੋ ਗਈ ਜ਼ਮਾਨਤ। ਇਹ ਚੰਗੀ ਗੱਲ ਹੋਈ ਹੈ ਕਿਉਂਕਿ ਪਹਿਲਾਂ ਜਿਹੜਾ ਪੋਲੀਟੀਕਲ ਦਬਾਅ ਕਰਕੇ ਕਿਸੇ ਨਾ ਕਿਸੇ ਕਾਰਨਾਂ ਕਰਕੇ ਉਹਦੀ ਜ਼ਮਾਨਤ ਕੀਤੀ ਸੀ ਜਿਹੜੀ ਗੈਰ ਕਾਨੂੰਨੀ ਸੀਗੀ, ਜਿਹੜੀ ਗੈਰ ਵਾਜਬ ਸੀ। ਉਹ ਸਾਨੂੰ ਵੀ ਲੱਗਿਆ, ਉਹ ਵਕੀਲਾਂ ਨੂੰ ਵੀ ਲੱਗ ਰਹੀ ਸੀ ਵੀ ਇਹਦੇ 'ਚ ਆਪਾਂ ਕਾਮਯਾਬ ਹੋਵਾਂਗੇ। ਉਹ ਵਕੀਲ ਨੇ ਪਹਿਲਾਂ ਹੀ ਕੌਨਫੀਡੈਂਸ ਨਾਲ ਕਿਹਾ ਸੀ ਵੀ ਹਾਂ ਇਹ ਰੱਦ ਹੋ ਗਈ। ਕੱਲ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹੈ ਜੀ, ਉਹਨਾਂ ਨੇ ਮੰਗਾਂ ਜਿਹੜੀਆਂ ਰੱਖੀਆਂ ਗਈਆਂ ਤੁਸੀਂ ਮੁੱਖ ਮੰਤਰੀ ਨਾਲ ਡਿਵਰਸਿਫਿਕੇਸ਼ਨ ਤੇ ਜੇ ਮਤਲਬ ਕੀਤੀ ਹੈ ਜਿਹੜੀ ਮੀਟਿੰਗ ਅਸੀਂ ਕੱਲ ਵੀ ਵਿਭਿੰਨਤਾ ਫਸਲੀ ਵਿਭਿੰਨਤਾ ਵਾਲੀ ਗੱਲ ਕੀਤੀ ਹੈ ਜਿਹੜੀ, ਉਹਦੇ ਤੇ ਗੱਲ ਹੋਈ ਹੈ। ਉਹਨਾਂ ਨੇ ਸੱਦੀ ਸੀ ਮੀਟਿੰਗ, ਇਹ ਮੀਟਿੰਗ ਅਸੀਂ ਮੰਗੀ ਨਹੀਂ ਸੀ, ਉਹਨਾਂ ਵੱਲੋਂ ਸੱਦੀ ਗਈ ਸੀ। ਪਲਾਨ ਦੂਜੇ ਜਥੇਬੰਦੀਆਂ ਨਾਲ ਹੋਈ ਹੈ, ਸਾਡੇ ਨਾਲ ਹੋਈ, ਉਹਨਾਂ ਨਾਲ ਕੀਤੀ ਹੈ। ਉਹਦੇ 'ਚ ਕੁਝ ਗੱਲਾਂ ਕੀਤੀਆਂ ਨੇ, ਸਾਡੇ ਤੋਂ ਵੀ ਰਾਇ ਮੰਗੀ ਹੈ। ਵੈਸੇ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੀ ਸੋਚਦੇ ਹੋ, ਸਾਡੀ ਤਾਂ ਕੋਈ ਤਿਆਰੀ ਨਹੀਂ ਸੀ ਇੱਧਰੋਂ, ਅਸੀਂ ਤਾਂ ਤਿਆਰੀ ਕਰਕੇ ਨਹੀਂ ਸੀ ਗਏ। ਇਸ ਕਰਕੇ ਜੋ ਉਹਨਾਂ ਨੇ ਸੋਚਿਆ ਉਹ ਗੱਲਾਂ ਉਹਨਾਂ ਨੇ ਜਿਵੇਂ ਦੱਸਿਆ ਵੀ ਅਸੀਂ ਸੋਚਦੇ ਹਾਂ ਵੀ ਜਿਹੜੀ ਮਤਲਬ ਜ਼ਮੀਨਾਂ ਜੇ ਵਿਹਲੀਆਂ ਰੱਖੀਆਂ ਜਾਣ ਜਾਂ ਜ਼ੋਨ ਬਣਾਏ ਜਾਣ, ਮਾਲਵੇ ਦੇ 2 ਜ਼ੋਨ ਬਣਾ ਦਈਏ, ਦੁਆਬੇ ਦਾ 1 ਜ਼ੋਨ ਬਣਾ ਦਈਏ ਅਤੇ ਇਹਨਾਂ ਦੇ ਵਾਰੀ ਬਿਜਲੀ ਦੇਈਏ। ਉਹ ਪਹਿਲਾਂ ਲੱਗ ਜੇ ਮਾਝੇ ਮਾਲਵੇ 'ਚ ਪਹਿਲਾਂ ਲੱਗ ਜੇ ਦੁਆਬਾ ਅਤੇ ਮਾਝਾ ਜਿਹੜਾ ਇੱਥੇ ਪਿੱਛੋਂ ਲੱਗ ਜੇ ਬਿਜਲੀ, ਤਾਂ ਕਿ ਲੋੜ ਨਾ ਪਵੇ ਮੰਡੀਆਂ ਦੇ ਵਿੱਚ ਲੇਬਰ ਵੰਡੀ ਜਾਵੇ। ਉਹਨਾਂ ਦੀ ਇਹੋ ਜਿਹੀ ਪ੍ਰਪੋਜ਼ਲ ਕੀ ਲੱਗਦਾ ਸੰਭਵ ਹੈ ਜੀ ਇਹ? ਦੇਖੋ ਇਹ ਤਾਂ ਹੁਣ ਇੱਕ ਪ੍ਰਪੋਜ਼ਲ ਹੈ। ਅਸੀਂ ਕਿਹਾ ਵੀ ਸਾਡੇ ਤਾਂ ਸਾਡਾ ਤਾਂ ਇਹਦੇ ਬਾਰੇ ਸੋਚਣ ਵਾਲਾ ਹੈ, ਪਰ ਅਸੀਂ ਕਿਹਾ ਵੀ ਜੇ ਤੁਸੀਂ ਬਿਜਲੀ ਦੇ ਸੰਕਟ ਨੂੰ ਮੁੱਖ ਰੱਖ ਕੇ, ਪਾਣੀ ਦੇ ਸੰਕਟ ਨੂੰ ਮੁੱਖ ਰੱਖ ਕੇ ਕਹਿੰਦੇ ਹੋ ਵੀ ਆਪਾਂ ਕੋਈ ਫਸਲੀ ਵਿਭਿੰਨਤਾ ਹੋਵੇ, ਇਹ ਇੱਕ ਰਾਗ ਹੀ ਬਣ ਰਿਹਾ, ਕਹਾਣੀ ਬਣ ਰਹੀ ਹੈ। ਹਰ ਵਾਰੀ ਤੁਹਾਨੂੰ ਫਸਲੀ ਵਿਭਿੰਨਤਾ ਦਾ ਇੱਕ ਰਾਗ ਜਿਹਾ ਸੁਣਾ ਦਿੰਦੇ ਹੋ ਅਤੇ ਫਿਰ ਕਹਿ ਕੇ ਚੁੱਪ ਕਰ ਜਾਂਦੇ ਨੇ ਸਰਕਾਰਾਂ। ਜੇ ਤੁਸੀਂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਹੈਗੀਆਂ ਤਜਵੀਜ਼ਾਂ, ਤੁਸੀਂ ਮੋਟੇ ਤੌਰ ਤੇ ਹੋਊਗਾ ਅਸੀਂ ਬਣਾਉਣ ਵਾਲੀਆਂ ਨੇ ਸਾਡੀਆਂ, ਪਰ ਮੋਟੇ ਤੌਰ 'ਤੇ ਹੈਗੀਆਂ। ਤੁਸੀਂ ਬਾਸਮਤੀ ਵੀ ਦਾ MSP ਕਰ ਦਿਓ। ਬਾਸਮਤੀ ਲੇਟ ਬੀਜਦੀ ਹੈ, 15 ਜੁਲਾਈ ਤੋਂ ਬਾਅਦ 11-21 ਦੀ ਜਿਹੜੀ ਕਿਸਮ ਹੈ ਉਹ ਪਿੱਛੋਂ ਬੀਜਦੀ ਹੈ ਅਤੇ ਉਹ ਅਸੀਂ ਬੀਜਿਆ ਕਰਾਂਗੇ। ਤੁਸੀਂ ਰੇਟ ਦਿਓ ਉਹਦਾ ਰੇਟ ਦੀ MSP ਦੀ ਗਰੰਟੀ ਕਰੋ ਤਾਂ ਕਿ ਲੋਕ ਇੱਧਰਲੇ ਪਾਸੇ ਨੂੰ ਤੁਰਨ। ਨਾਲੇ ਉਹ ਥੋੜ੍ਹਾ ਸਮਾਂ ਲੈਂਦੀ ਹੈ, ਖਾਦਾਂ ਘੱਟ ਪੈਂਦੀਆਂ ਨੇ ਉਹਦੇ 'ਚ। ਜਾਂ ਫਿਰ ਇਹ ਕਰ ਲਓ ਵੀ ਬਾਸਮਤੀ ਤੋਂ ਪਹਿਲਾਂ ਜਿਹੜੇ ਦੂਜੀਆਂ ਸਾਡੀਆਂ ਫਸਲਾਂ ਨੇ, ਜਿਵੇਂ ਹੁਣ MSP ਹੈ ਇਹਦੀ ਮੂੰਗੀ, ਮੱਕੀ ਹੈ, ਇਹਨਾਂ ਦੀ MSP ਦੇ ਦਿਓ, ਬਾਸਮਤੀ ਦੀ MSP ਦੇ ਦਿਓ। ਇਹ ਸਰਕਾਰ ਝੱਲੇ, ਪੰਜਾਬ ਸਰਕਾਰ। ਜਾਂ ਦੂਜੀ ਗੱਲ ਉਹਨਾਂ ਦੀ ਇਹ ਸੀ ਵੀ ਸਿੱਧੀ ਬਿਜਾਈ, ਉਹਨਾਂ ਵੱਲੋਂ ਪ੍ਰਪੋਜ਼ਲ ਸੀ ਵੀ ਸਿੱਧੀ ਬਿਜਾਈ ਕਰ ਲਓ। ਸਿੱਧੀ ਬਿਜਾਈ ਵਾਲੇ ਪਾਸੇ ਜਿਹਨੀ ਹਰ ਇੱਕ ਖੇਤਰ ਵਾਸਤੇ ਸਿੱਧੀ ਬਿਜਾਈ ਸੂਟੇਬਲ ਨਹੀਂ, ਕਿਉਂਕਿ ਰੇਸਲੇ ਬਾਣਾ 'ਚ ਸਿੱਧੀ ਬਿਜਾਈ ਕਾਮਯਾਬ ਨਹੀਂ ਹੁੰਦੀ। ਉਹ ਖਾਸ ਕਰਕੇ ਬਰਨਾਲਾ, ਮੋਗਾ, ਸੰਗਰੂਰ ਇਹਦੀ ਧਰਤੀ ਹੈ ਜਿਹੜੀ ਸਿੱਧੀ ਬਿਜਾਈ ਵਾਲੀ ਹੈਗੀ ਹੈ। ਪਰ ਸਿੱਧੀ ਬਿਜਾਈ ਕਰਨ ਵਾਸਤੇ ਕਿਸਾਨਾਂ ਨੂੰ ਕੁਛ ਤਾਂ ਐਡ ਚਾਹੀਦੀ ਹੈ। ਜੇ ਹੁਣ ਕੋਈ ਸਰਕਾਰ ਦੇ ਕਹਿਣ 'ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਦੀ ਖਾਤਰ, ਫਸਲੀ ਵਿਭਿੰਨਤਾ ਨੂੰ ਲਾਗੂ ਕਰਨ ਦੀ ਖਾਤਰ ਜੇ ਇੱਧਰਲੇ ਰਾਹ ਪਾਉਣੇ ਸਰਕਾਰ ਨੇ, ਤਾਂ ਲਾਲਚ ਦੇਵੇ ਕਿਸਾਨਾਂ ਨੂੰ। ਅਸੀਂ ਕਿਹਾ ਸੀ ਵੀ ਉਹ ਘੱਟੋ ਘੱਟ 10,000 ਰੁਪਇਆ ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ ਉਹਨਾਂ ਨੂੰ ਜਿਹੜੇ ਸਿੱਧੀ ਬਿਜਾਈ ਕਰਨਗੇ ਉਹ ਰਿਸਕ ਤਾਂ ਲੈਣ ਨਾ ਫਿਰੇ। ਰਿਸਕ ਲੈਣ ਜੋਗਾ ਵੀ ਜੇ ਝਾੜ ਘੱਟ ਗਿਆ ਜਾਂ ਕਿਸੇ ਤਰ੍ਹਾਂ ਸਾਡੀ ਝੋਨਾ ਛਿੱਦਾ ਰਹਿ ਗਿਆ, ਮੱਚ ਗਿਆ, ਤਾਂ ਉਹ ਨੁਕਸਾਨ ਝੱਲਣ ਵਾਸਤੇ ਵੀ ਤਿਆਰ ਹੋਣ ਨਾ ਹੋ, ਤਾਂ ਉਹ ਸਰਕਾਰ ਪਹਿਲ ਕਦਮੀ ਕਰੇ। ਇੱਕ ਤਾਂ ਜਿਹਨੀ ਇਹ ਗੱਲਾਂ ਕੁਛ ਅਸੀਂ ਰੱਖੀਆਂ ਸੀ। ਆਪ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਧਰਨੇ ਵਿੱਚ ਸ਼ਾਮਲ 3 ਅਹੁਦੇਦਾਰਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ। ਹਲਕਾ ਮਲੋਟ ਦੇ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਰੋਸ਼ ਵਜੋਂ ਹਲਕਾ ਮਲੋਟ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਅੱਗੇ ਲਗਾਤਾਰ ਕੱਲ ਤੋਂ ਰੋਸ਼ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਦੇ ਚੱਲਦੇ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਆਰੋਪ ਵਿੱਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਧਰਨੇ ਵਿੱਚ ਸ਼ਾਮਲ 3 ਅਹੁਦੇਦਾਰਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਪਹਿਲਾਂ ਤਾਂ ਤੁਹਾਡਾ ਸਭ ਦਾ ਹੀ ਬਹੁਤ-ਬਹੁਤ ਧੰਨਵਾਦ ਇੱਥੇ ਚੱਲ ਕੇ ਆਂਦਾ ਕਿ ਤੁਸੀਂ ਸਾਡੀ ਆਮ ਲੋਕਾਂ ਦੀ ਆਵਾਜ਼ ਤੁਹਾਡੇ ਰਾਹੀਂ, ਤੁਹਾਡੇ ਵੈਬ ਮੀਡੀਆ ਰਾਹੀਂ, ਨਿਊਜ਼ ਚੈਨਲ ਰਾਹੀਂ ਜਨਤਾ ਤੱਕ ਪਹੁੰਚਾਓਗੇ, ਸਾਡੇ ਹਾਈ ਕਮਾਂਡ ਤੱਕ ਪਹੁੰਚਾਓਗੇ। ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਜਿਹੜਾ ਸਾਡਾ ਇੱਥੇ ਮਸਲਾ ਹੋਇਆ ਜੀ ਕਿ 4 ਮਹੀਨੇ ਪਹਿਲਾਂ ਜਦੋਂ ਇਲੈਕਸ਼ਨ ਨਹੀਂ ਹੋਏ ਸੀਗੇ, ਇਲੈਕਸ਼ਨ ਡਿਕਲੇਅਰ ਨਹੀਂ ਹੋਏ ਸੀ, ਪਾਰਟੀ ਨੇ ਕੋਈ ਕੈਂਡੀਡੇਟ ਵੀ ਅਨਾਉਂਸ ਨਹੀਂ ਕੀਤੇ ਸੀ, ਤਾਂ ਸਾਡੀ ਮਲੋਟ ਹਲਕੇ ਦੀ ਟੀਮ ਪ੍ਰਧਾਨਗੀ ਜੀ, ਇਹਨਾਂ ਦੇ ਪ੍ਰਧਾਨ ਜੀ ਦੀ ਅਗਵਾਈ ਹੇਠ ਧਰਨੇ ਜ਼ਰੂਰ ਲਾਉਂਦੀ ਸੀਗੀ ਕਿ ਕਾਂਗਰਸ ਕੰਮ ਨਹੀਂ ਕਰ ਰਹੀ। ਅਕਾਲੀ ਦਲ ਨੇ ਜੋ ਕੰਮ ਕੀਤੇ ਉਸ ਦੇ ਰਿਗਾਰਡਿੰਗ ਜੋ ਸਿਸਟਮ ਚੱਲ ਰਿਹਾ ਸੀਗਾ ਨਸ਼ੇ ਦਾ, ਕਰਪਸ਼ਨ ਦਾ, ਸੱਟੇਬਾਜ਼ੀ ਦਾ, ਉਹ ਸਿਸਟਮ ਦੇ ਰਿਗਾਰਡਿੰਗ ਕੰਮ ਚੱਲ ਰਿਹਾ ਸੀਗਾ, ਅਸੀਂ ਉਹਦੇ ਖਿਲਾਫ ਧਰਨੇ ਲਾਉਂਦੇ ਸੀਗੇ। ਉਮੀਦ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਆਉਣ 'ਤੇ ਇਹ ਜਿਹੜੀ ਚੀਜ਼ਾਂ ਇਹ ਬੰਦ ਹੋਣਗੀਆਂ,
ਕਰਪਸ਼ਨ ਬੰਦ ਹੋਊਗਾ, ਸੱਟੇਬਾਜ਼ੀ ਬੰਦ ਹੋਊਗੀ, ਨਸ਼ਾ ਬੰਦ ਹੋਊਗਾ। ਪਰ ਤਕਰੀਬਨ ਜਦੋਂ ਹੁਣ ਮਹੀਨਾ ਹੋ ਗਿਆ ਸਰਕਾਰ ਬਣੀ ਨੂੰ ਵੀ, ਸਹੁੰ ਚੱਕਿਆਂ ਨੂੰ ਵੀ, ਉਸ ਤੋਂ ਬਾਅਦ ਵੀ ਉਸੇ ਤਰ੍ਹਾਂ ਦਾ ਸਿਸਟਮ ਪ੍ਰੋਪਰ ਚੱਲ ਰਿਹਾ ਹੈ। ਸਾਡੇ ਕਈ ਵਾਰ ਨਾਮ ਲਿਖਵਾਉਣ ਤੋਂ ਬਾਵਜੂਦ ਵੀ ਕਿ ਆਹ ਨਸ਼ੇ ਦੇ ਬੰਦੇ ਇੱਥੇ ਨਸ਼ਾ ਵੇਚ ਰਹੇ ਨੇ, ਆਹ ਬੰਦੇ ਸੱਟਾਂ ਲਵਾ ਰਹੇ ਨੇ, ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਜਿਹੜੇ ਸਾਡੇ ਸਿਟੀ SHO ਹੈ ਉਹਨਾਂ ਦੀ ਡੈਰੀ ਤੇ ਬਕਾਇਦਾ ਅਸੀਂ ਨੋਟ ਕਰਵਾ ਕੇ ਆਉਂਦੇ ਰਹੇ ਹਾਂ, ਬੰਦਿਆਂ ਦੇ ਐਡਰੈਸ, ਬੰਦਿਆਂ ਦੇ ਫ਼ੋਨ ਨੰਬਰ, ਉਹਨਾਂ ਵੱਲੋਂ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਮੈਡਮ ਸਾਹਿਬਾਂ ਨੂੰ ਵੀ ਦੱਸਿਆ ਕਿ ਆਹ ਬੰਦੇ ਕਰਪਟ ਨੇ, ਇਹ ਰਿਸ਼ਵਤ ਲੈ ਰਹੇ ਨੇ, ਉਹਨਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿੱਤਾ ਗਿਆ। ਦੂਜੀ ਗੱਲ ਜਿਹੜੀ ਸਾਨੂੰ ਦੇਖਣ ਦੇ ਵਿੱਚ ਆਈ ਕਿ ਮੈਡਮ ਦੇ ਆਸੇ-ਪਾਸੇ ਉਹੀ ਬੰਦਿਆਂ ਦਾ ਗਰੋਹ ਬਣ ਗਿਆ ਜਿਹੜਾ ਅੱਜ ਤੋਂ ਪਹਿਲਾਂ ਕਾਂਗਰਸ ਦੇ MLA ਦੇ ਆਸੇ-ਪਾਸੇ ਹੁੰਦਾ ਸੀ। ਜਿਹੜੇ ਬੰਦੇ ਕਾਂਗਰਸ ਦੇ MLA ਦਾ ਬੂਹਾ ਖੋਲ੍ਹਦੇ ਸੀ ਉਹ ਅੱਜ ਮੈਡਮ ਦੇ ਨਾਲ ਬੈਠੇ ਨੇ। ਜਿਹੜੇ 5 ਦਿਨ ਪਹਿਲਾਂ 10 ਦਿਨ ਪਹਿਲਾਂ ਇਲੈਕਸ਼ਨਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਏ ਜਾਂ ਮੈਡਮ ਦੇ ਨਾਲ ਜੁੜ ਗਏ, ਆਪਦੇ ਸਵਾਰਥ ਦੇ ਲਈ, ਜਿਨ੍ਹਾਂ ਨੂੰ ਆਪਾਂ ਬਰਸਾਤੀ ਡੱਡੂ ਕਹਿ ਦਿੰਦੇ ਆ, ਉਹ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਪੁਰਾਣੇ ਵਰਕਰ ਨੇ ਜਾਂ ਜਿਹੜੇ ਆਮ ਲੋਕ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਇੱਥੋਂ ਟੋਕਨ ਲਓ, ਫਿਰ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿੰਨੇ ਵਜੇ ਮੈਡਮ ਨੂੰ ਮਿਲਣਾ ਹੈਗਾ। ਉਹ ਲੋਕ ਉਸ ਤੋਂ ਬਾਅਦ ਇੱਕ ਜੋਨੀ ਜੁਨੇਜਾ, ਅਨਿਲ ਜੁਨੇਜਾ ਨਾਮ ਹੈ ਜੀ, ਜੋਨੀ ਜੁਨੇਜਾ ਇੱਕ ਸਮਾਜ ਸੇਵੀ ਆਪਦੇ ਆਪ ਨੂੰ ਆਖਦਾ ਹੈ। ਪਹਿਲੀ ਗੱਲ ਤਾਂ ਮੈਂ ਉਹਨੂੰ ਸਮਾਜ ਸੇਵੀ ਨਹੀਂ ਮੰਨਦਾ, ਕਿਉਂਕਿ ਤੁਸੀਂ ਕਦੇ ਸੁਣਿਆ ਵੀ 7 ਡੀਪੂਆਂ ਨੂੰ ਚਲਾਉਣ ਵਾਲਾ ਬੰਦਾ ਸਮਾਜ ਸੇਵੀ? ਸਭ ਤੋਂ ਵੱਡਾ ਚੋਰ ਮੰਨਦੇ ਆ, ਕਣਕ ਖਾਂਦੇ ਨੇ ਗਰੀਬ ਬੰਦਿਆਂ ਦੀ, ਪ੍ਰੂਫ ਕਰਦੇ ਆ ਅਸੀਂ। 7 ਡੀਪੂ ਉਸ ਬੰਦੇ ਕੋਲ ਇਕੱਲੇ ਕੋਲ ਹੈ। ਉਹ ਕਿਵੇਂ ਹੈ ਵੀ ਜੋ ਅਕਾਲੀ ਦਲ ਦੀ ਸਰਕਾਰ ਸੀ ਤਾਂ ਹਰਪ੍ਰੀਤ ਕੋਟਪਾਈ ਨਾਲ ਖੜਿਆ, ਉਹ ਕਾਂਗਰਸ ਦੀ ਸਰਕਾਰ ਸੀ ਤਾਂ ਜੈਪ ਸਿੰਘ ਭੱਟੀ ਨਾਲ ਖੜਿਆ, ਤੇ ਅੱਜ ਮੈਡਮ ਦੇ ਨਾਲ ਬੈਠ ਗਿਆ। ਉਹਨੇ ਨਾ ਤਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ, ਨਾ ਸਰੋਪਾ ਪਵਾਇਆ, ਨਾ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਿੱਤੀ, ਤੇ ਉਹ ਸਟੇਜਾਂ ਤੋਂ ਮੈਡਮ ਦੇ ਵੱਲੋਂ ਪ੍ਰਧਾਨਗੀਆਂ ਅਨਾਉਂਸ ਕਰਦਾ ਹੈ ਕਿ ਅਸੀਂ ਇਸ ਬੰਦੇ ਨੂੰ ਆਮ ਆਦਮੀ ਪਾਰਟੀ ਵੱਲੋਂ ਪ੍ਰਧਾਨ ਅਨਾਉਂਸ ਕਰ ਰਹੇ ਹਾਂ। ਜਿਹੜੇ ਬੰਦੇ ਆਮ ਆਦਮੀ ਪਾਰਟੀ ਦਾ ਹਿੱਸਾ ਨਹੀਂ ਗੇ, ਜਿਹੜੇ ਕਰਪਟ ਬੰਦੇ ਨੇ, ਉਹ ਬੰਦੇ ਅੱਗੇ ਕਿਵੇਂ ਆਏ? ਸੋ ਸਾਡਾ ਜਿਹੜਾ ਮੁੱਦਾ ਇਹੀ ਸੀਗਾ ਮੇਨ, ਕਰਪਟ ਨੂੰ ਲੈ ਕੇ, ਜਿਹੜਾ ਕਰਪਸ਼ਨ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਉਹ ਖਤਮ ਕਰਨ ਦਾ ਮੁੱਦਾ ਸੀ, ਜਿਸ ਦੇ ਰਿਗਾਰਡਿੰਗ ਅਸੀਂ ਕੱਲ੍ਹ ਦੇ ਬੈਠੇ ਹਾਂ। ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਕੋਈ ਗੱਲਬਾਤ ਨਹੀਂ ਹੋਈ। ਦੇਖੋ ਜੀ, ਪਾਰਟੀ ਦੇ ਨਾਲ ਕੰਮ ਕੀਤਾ, ਉਹਨਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਤੇ ਕੱਲ ਕਿਸੇ ਕਾਰਨਾਂ ਕਰਕੇ ਉਹ ਠੀਕ ਹੈ ਧਰਨੇ ਤੇ ਬੈਠੇ ਸੀ, ਪਰ ਪਾਰਟੀ ਦੇ ਹਰੇਕ ਅਹੁਦੇਦਾਰ ਨੇ, ਮੰਤਰੀ ਸਾਹਿਬ ਨੇ ਆਪ ਜਾ ਕੇ, ਮੈਂ ਖੁਦ ਜਾ ਕੇ, ਮੰਤਰੀ ਸਾਹਿਬ ਨੇ ਹੱਥ ਬੰਨ੍ਹ ਕੇ ਕਿਹਾ ਅੰਦਰ ਆ ਜਾਓ, ਬੈਠ ਕੇ ਜੋ ਗੱਲਬਾਤ ਹੈ ਅੰਦਰ ਆਪਾਂ ਬੈਠ ਕੇ ਗੱਲ ਕਰਦੇ ਹਾਂ, ਜੇ ਕੋਈ ਗੱਲ ਹੈ ਤਾਂ ਤੁਸੀਂ ਦੱਸੋ, ਕੋਈ ਸਮੱਸਿਆ ਤਾਂ। ਤੇ ਉਹਨਾਂ ਨੇ ਉਸ ਦੇ ਬਾਵਜੂਦ ਵੀ ਅੰਦਰ ਨਹੀਂ ਆਏ, ਤੇ ਮੈਂ ਵੀ ਕਹਿ ਕੇ ਆਇਆ, ਸਾਡੇ ਬਲਾਕ ਪ੍ਰਧਾਨ ਆਪ ਜਾ ਕੇ ਕਹਿ ਕੇ ਆਏ ਸਾਰੇ, ਤੇ ਇਹ ਸੋਹਣਾ ਸਾਹਿਬ BC ਵਿੰਗ ਦੇ ਹੈਗੇ ਆ, ਆਪਣੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਹੈ, ਹੁਣ ਮੌਜੂਦਾ ਇੱਥੋਂ ਦੇ ਸੁਨਿਆਰਾ ਯੂਨੀਅਨ ਦੇ ਪ੍ਰਧਾਨ ਵੀ ਹੈ, ਇਹ ਵੀ ਨਾਲ ਸੀ। ਹਾਲਾਂਕਿ ਚਲੋ ਇਹ ਵਾਪਸ ਆਏ ਹੈ, ਤੇ ਅਸੀਂ ਬਹੁਤ, ਮੈਂ ਕੋਸ਼ਿਸ਼ ਕੀਤੀ, ਮੰਤਰੀ ਸਾਹਿਬ ਨੇ ਵੀ, ਪਾਰਟੀ ਨੇ ਉੱਪਰੋਂ ਵੀ, ਹਾਈ ਕਮਾਨ ਨੇ ਫੋਨ ਕੀਤਾ, ਗੱਲਬਾਤ ਕੀਤੀ, ਤੁਸੀਂ ਆ ਕੇ, ਅੱਜ 11 ਵਜੇ ਦਾ ਟਾਈਮ ਸੀਗਾ, ਸਾਡੇ ਸੂਬਾ ਸਕੱਤਰ ਬਰਸਟ ਸਾਹਿਬ ਵੱਲੋਂ ਉਹਨਾਂ ਨੇ ਕਿਹਾ ਸੀ ਆ ਕੇ ਚੰਡੀਗੜ੍ਹ ਮੇਰੇ ਨਾਲ ਮੀਟਿੰਗ ਕਰੋ, ਕੀ ਤੁਹਾਡੀਆਂ ਮੁਸ਼ਕਲਾਂ ਮੈਂ ਦੱਸੋ ਆ ਕੇ, ਜੇ ਕੋਈ ਗੱਲਬਾਤ ਆ ਤਾਂ। ਪਰ ਉਹਨਾਂ ਨੇ ਕਿਸੇ ਵੀ ਗੱਲ ਤੇ ਐਗਰੀ ਨਹੀਂ ਹੋਏ, ਤੇ ਅਖੀਰ 11-12 ਵਜੇ ਰਾਤ ਅਸੀਂ ਸਾਰੀ ਗੱਲਬਾਤ ਕਰਦੇ ਕਰਦੇ ਫਿਰ ਇਹ ਫੈਸਲਾ, ਮਜਬੂਰਨ ਨੇ ਫੈਸਲਾ ਸਾਨੂੰ ਅਸੀਂ ਲਿਆ, ਤੇ ਇਹ ਪਾਰਟੀ ਦੇ ਅਨੁਸ਼ਾਸਨ ਦੇ ਇਹਨਾਂ ਨੇ ਭੰਗ ਕੀਤਾ ਸੀਗਾ, ਉਸ ਕਰਕੇ ਇਹ ਫੈਸਲਾ ਲਿਆ ਗਿਆ। ਤਾਂ ਉਹਨਾਂ ਦਾ ਦੋਸ਼ ਹੈ ਕਿ ਬਾਹਰੋਂ ਜਿਹੜੇ ਲੋਕ ਤੁਹਾਡੀ ਪਾਰਟੀ ਦੇ ਵਿੱਚ ਰਹੇ, ਜਿਸ ਤਰ੍ਹਾਂ ਅਕਾਲੀ ਕਾਂਗਰਸੀ, ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਲੇਕਿਨ ਜੇ ਅਸੀਂ 8 ਸਾਲ ਤੋਂ ਪਾਰਟੀ ਦੇ ਨਾਲ ਲੱਗੇ ਹੋਏ ਹਾਂ ਤਾਂ ਸਾਨੂੰ ਜਿਹੜਾ ਹੈਗਾ ਮੇਰੀ ਗੱਲ ਸੁਣੋ, ਸਾਰੇ ਪਾਰਟੀ ਦੇ ਵਰਕਰ ਸਾਰਿਆਂ ਨੇ ਮਿਹਨਤ ਕੀਤੀ ਹੈ। ਮੈਂ ਵੀ ਹੁਣ ਜ਼ਿਲ੍ਹਾ ਪ੍ਰਧਾਨ ਹਾਂ, ਇੱਕ ਪਾਰਟੀ ਲਈ ਕੰਮ ਕੀਤਾ ਆਪਾਂ, ਠੀਕ ਹੈ, ਅੱਜ ਪਾਰਟੀ ਲਈ ਅੱਜ ਵੀ ਕੰਮ ਕਰ ਰਹੇ ਹੈ। ਡਾਕਟਰ ਸਾਹਿਬ ਤੁਹਾਨੂੰ ਦੱਸਿਆ, ਬਲਾਕ ਪ੍ਰਧਾਨ ਆ ਸਾਰੇ, ਬਾਕੀ ਹੋਰ ਸਾਰੀ ਟੀਮ ਹੈ, ਸਾਰੀ ਕੰਮ ਕਰ ਰਹੀ ਹੈ, ਕਿਸੇ ਨੂੰ ਕੋਈ ਦਿੱਕਤ ਨਹੀਂ। ਜੇ ਕੋਈ ਦਿੱਕਤ ਹੈ ਉਹ ਟੇਬਲ ਤੇ ਬੈਠ ਕੇ ਹੀ ਹੱਲ ਹੋਊਗਾ। ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਆ, ਵਾਰ-ਵਾਰ ਕਿਹਾ ਅੰਦਰ ਆ ਜਾਓ, ਟੇਬਲ ਤੇ ਬੈਠੋ, ਤੇ ਉਹਨਾਂ ਨੇ ਕੱਲ੍ਹ ਵੀ ਦੋਸ਼ ਲਾਇਆ ਸੀ ਕਿ ਮਤਲਬ ਕਿ ਜਿੱਦਾਂ ਗਿੱਦੜਬਾਹਾ ਤੋਂ ਕੋਈ 2 ਆਦਮੀ ਇੱਥੇ ਆ ਕੇ ਦਖਲਅੰਦਾਜ਼ੀ ਕਰਦੇ, ਉਹ ਚਾਹੁੰਦੇ ਆ ਕਿ ਸਾਡੇ ਮਨੋਰ ਦੇ ਹੀ ਬੰਦੇ ਮਤਲਬ ਕਿ ਜਿਹੜਾ ਇਹ ਕੰਮ ਕਮੇਟੀਆਂ ਜਾਂ ਨਹੀਂ, ਦੇਖੋ ਉਹ ਤਾਂ ਤੁਹਾਨੂੰ ਡਾਕਟਰ ਸਾਹਿਬ ਨੇ ਦੱਸ ਹੀ ਦਿੱਤਾ, ਜੇ ਕੋਈ ਉਹ ਕਿਤੇ ਕੋਈ ਦਿੱਕਤ ਆਈ ਹੈ ਉਹਦਾ ਅਸੀਂ ਹੱਲ ਕਰਾਂਗੇ, ਠੀਕ ਹੈ, ਉਹ ਤੁਸੀਂ ਸਾਰਿਆਂ ਨੇ ਉਹ ਗੱਲ ਕੀਤੀ ਸੀ, ਪਰ ਬਾਕੀ ਹੋਰ ਕੋਈ ਗਿੱਦੜਬਾਹਾ ਤੋਂ ਕੋਈ ਵੀ ਨਹੀਂ। ਜਿੱਦਾਂ ਕਿ ਉਹ ਕੌਣੀ ਵਾਲੇ ਦਾ ਨਾਮ ਲੈਂਦੇ ਸੀ, ਨਹੀਂ ਕੌਣੀ ਇੱਕ ਨਿੱਜੀ ਸਹਾਇਕ, ਨਾ ਕੋਈ ਨਿੱਜੀ, ਉਹ ਦੱਸੋ ਸਾਨੂੰ ਕੋਈ ਪ੍ਰੂਫ ਤਾਂ ਦੇਣ ਵੀ ਉਹ ਨਿੱਜੀ ਸਹਾਇਕ ਹੈ, ਤੇ ਬਾਕੀ ਉਹ ਯੂਥ ਦੇ ਜ਼ਿਲ੍ਹਾ ਪ੍ਰਧਾਨ ਹੈ, ਸਾਡੇ ਯੂਥ ਦੇ ਜ਼ਿਲ੍ਹਾ ਪ੍ਰਧਾਨ ਹੈ ਸੁਖਜਿੰਦਰ ਕੌਣੀ। ਹਾਲਾਂਕਿ ਉਹਨਾਂ ਦਾ ਵੀ ਹੱਕ ਬਣਦਾ ਕਿਤੇ ਵੀ ਆਉਂਦਾ,
ਲੰਬੀ ਵੀ ਜਾਣਗੇ, ਉਹ ਗਿੱਦੜਵਾ ਵੀ ਜਾਣਗੇ, ਮੁਕਤਸਰ ਵੀ ਜਾਣਗੇ, ਮਲੋਟ ਵੀ ਆਉਣਗੇ। ਤੋ ਜੇ ਆ ਗਏ ਕੋਈ ਉਹਨਾਂ ਨੇ ਵਿੱਚ ਉਹਨਾਂ ਨੇ ਆਪਦੀ ਕੋਈ ਉਹਨਾਂ ਨੇ ਪਰਸਨਲ ਤਾਂ ਕੋਈ ਗੱਲਬਾਤ ਨਹੀਂ ਰੱਖੀ, ਠੀਕ ਹੈ, ਪਾਰਟੀ ਲੈਵਲ ਤੇ ਜੋ ਵੀ ਹੈ ਗੱਲਬਾਤ ਕੱਲ ਵੀ ਸੀਗੀ ਉਹ। ਤੇ ਇਸ ਕਰਕੇ ਪਾਰਟੀ ਨੂੰ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ। ਇੱਕੋ ਇੱਕ ਸਰਕਾਰ ਆ ਜਿਹਨੇ 1 ਮਹੀਨੇ ਦੇ ਵਿੱਚ ਆਪਣਾ ਜਿਹੜੀ ਪਹਿਲੀ ਗਰੰਟੀ ਹੈ ਉਹਦਾ ਅਨਾਉਂਸਮੈਂਟ ਕੀਤੀ। ਅਨਾਉਂਸਮੈਂਟ ਕੀਤੀ ਲਾਗੂ ਦੇ ਤੇ ਲਾਗੂ 1 ਜੁਲਾਈ ਤੋਂ ਹੋ ਜੂ ਜੀ। 1 ਜੁਲਾਈ ਤੋਂ ਬਾਅਦ ਆਪਾਂ ਗੱਲ ਕਰਾਂਗੇ ਨਾ, ਜੇ ਨਾ ਹੋਊਗਾ ਤਾਂ 1 ਜੁਲਾਈ ਨੂੰ ਕਿਹਾ, 1 ਜੁਲਾਈ ਤੋਂ ਅਨਾਉਂਸ ਹੋ ਜੂ। ਉਹਦੇ ਵਿੱਚ ਵੀ ਮਿਡਲ ਵਰਗ ਨੂੰ ਮਤਲਬ ਕਿ ਵਿੱਚ ਰੱਖਿਆ ਗਿਆ ਵੀ ਮਿਡਲ ਵਰਗ ਦੀ ਅਗਰ 300 ਜਾਂ 600 ਯੂਨਿਟ ਤੋਂ ਉੱਪਰ ਕੋਈ ਹੋਣਾ। ਇਹ ਦੇਖੋ ਇਹ ਤਾਂ ਮੇਰੇ ਤੋਂ ਉੱਪਰ ਦੀਆਂ ਗੱਲਾਂ ਹੈ। ਜੋ ਮੰਤਰੀ ਸਾਹਿਬ, ਜੋ ਉਹਨਾਂ ਦੀ ਕੈਬਨਿਟ ਨੇ ਬੈਠ ਕੇ ਜੋ ਫੈਸਲਾ ਕੀਤਾ ਉਹ ਮਾਨ ਸਾਹਿਬ ਨੇ ਕੀਤਾ। ਜੋ ਉਹਨਾਂ ਨੇ ਫੈਸਲਾ ਕੀਤਾ ਸਾਰਿਆਂ ਨੂੰ ਆਪਾਂ ਨੂੰ ਮੰਨਣਾ ਚਾਹੀਦਾ। ਸਰ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਜਿਹੜਾ ਪਾਰਟੀ ਨੇ ਬਰਖਾਸਤ ਕੀਤਾ, ਪਰ ਦੂਜੇ ਪਾਸੇ ਹੁਣੇ ਤੁਸੀਂ ਕਿਹਾ ਹਾਂ। ਜਿਹੜਾ ਅਸੀਂ ਸਾਨੂੰ ਰਾਤ ਮਜਬੂਰਨ ਫੈਸਲਾ ਲਿਆ ਉਹਨਾਂ ਦਾ। ਠੀਕ ਹੈ। ਕੀ ਕਹਿਣਾ ਚਾਹੁੰਦੇ? ਦੇਖੋ ਮੈਂ ਪਾਰਟੀ ਦਾ ਹੀ ਜ਼ਿਲ੍ਹਾ ਪ੍ਰਧਾਨ ਹਾਂ, ਪਾਰਟੀ ਨੇ ਹੀ, ਮੈਂ ਪਾਰਟੀ ਨੂੰ ਉੱਪਰ ਮੈਂ ਦੱਸਣਾ ਆਪਦੀ ਗੱਲਬਾਤ। ਇੱਥੇ ਹਲਕੇ ਦੇ ਵਿੱਚ ਕੁਝ ਹੋ ਰਿਹਾ, ਉਹਨਾਂ ਨੇ ਵੀ ਗੱਲ ਕੀਤੀ, ਮੈਂ ਵੀ ਗੱਲ ਕੀਤੀ, ਮੰਤਰੀ ਸਾਹਿਬ ਨੇ ਵੀ ਗੱਲ ਕੀਤੀ। ਜਦੋਂ ਕਿਸੇ ਗੱਲ ਤੇ ਨਹੀਂ ਗੱਲ ਆਈ ਫਿਰ ਅਖੀਰ ਸਾਨੂੰ ਮਜਬੂਰਨ ਇਹ ਫੈਸਲਾ ਲੈਣਾ ਪਿਆ, ਤੇ ਇਸ ਕਰਕੇ ਵੀ ਇਹ ਫੈਸਲਾ ਲਿਆ। ਲੱਗਦਾ ਨਹੀਂ ਸੀ ਜਿਹੜਾ ਉਹਨਾਂ ਨੂੰ ਅਪਾਇੰਟ ਕੀਤਾ ਸੀ, ਜਿਹੜੇ ਕੋਆਰਡੀਨੇਟਰ ਜਾਂ ਜੋ ਵੀ ਸੀ ਆਮ ਆਦਮੀ ਪਾਰਟੀ ਦੇ ਇੰਚਾਰਜ ਜਿਨ੍ਹਾਂ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ ਇਸ ਅਹੁਦਿਆਂ ਤੇ, ਤੇ ਉਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ ਸਾਨੂੰ। ਪਾਰਟੀ ਦੀ ਲੈਟਰ ਪੈਡ ਪਾਰਟੀ ਦੀ ਹੈ, ਜ਼ਿਲ੍ਹਾ ਪ੍ਰਧਾਨ ਪਾਰਟੀ ਦਾ, ਜ਼ਿਲ੍ਹੇ ਦੇ ਅਹੁਦੇਦਾਰ ਉਹ, ਬਲਾਕ ਪ੍ਰਧਾਨ ਹੈ, ਯੂਥ ਦੇ ਉਹ ਜਿਹੜੇ ਹੈਗੇ ਆ ਜਨਰਲ ਸੈਕਟਰੀ ਹੈ, ਉਹ ਜ਼ਿਲ੍ਹਾ ਲੈਵਲ ਤੇ ਹੀ ਜ਼ਿਲ੍ਹਾ ਪ੍ਰਧਾਨ ਵੱਲੋਂ ਉਹਨਾਂ ਨੇ ਲੈਟਰ ਪੈਡ ਤਾਂ ਪਾਰਟੀ ਦੀ ਹੈ। ਮੈਨੂੰ ਜੋ ਹੁਕਮ ਹੈ ਮੈਂ ਤਾਂ ਉਹ ਕਰਨਾ, ਪਾਰਟੀ ਦਾ ਹੁਕਮ ਹੈ ਮੰਨਣਾ। ਨਹੀਂ ਕਰ ਸਕਦੇ ਕੁਝ ਤਾਂ ਜੇ ਹੁਕਮ ਆਊਗਾ ਕਿਸੇ ਦਾ ਫੇਰ ਹੀ ਕਰਨਾ। ਦੇਖੋ ਜੀ ਅਸੀਂ ਸਾਡੀ ਗਲਤੀ ਤਾਂ ਦੱਸੋ ਨਾ ਕਿੱਥੇ ਹੈ। ਅਸੀਂ ਕੋਈ ਉਹਦੇ ਵਿੱਚ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨਾਂ ਨੂੰ ਮਨਾਇਆ ਨਹੀਂ ਹੈ। ਜੇ ਤਾਂ ਕੋਈ ਅਸੀਂ ਕੁਝ ਵੀ ਨਾ ਕੀਤਾ ਹੋਵੇ, ਅਸੀਂ ਅੱਖਾਂ ਮੀਚ ਕੇ ਇੱਥੋਂ ਤੁਰ ਗਏ, ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ, ਫਿਰ ਤੁਸੀਂ ਸਾਡੇ ਤੇ ਦੋਸ਼ ਲਾ ਸਕਦੇ ਹੋ, ਪਾਰਟੀ ਤੇ ਲਾ ਸਕਦੇ ਹੋ, ਫਿਰ ਤੁਸੀਂ ਕਹਿ ਸਕਦੇ ਹੋ। ਜਦੋਂ ਅਸੀਂ ਆਪਦੀ ਕੋਸ਼ਿਸ਼ ਪੂਰੀ ਕੀਤੀ, ਜੇ ਹੁਣ ਕਿਸੇ ਆਪਾਂ ਗੱਲ ਬੈਠ ਕੇ ਆਪਾਂ ਗੱਲ ਨਾ ਕਰਾਂ, ਫਿਰ ਉਹਦਾ ਹੱਲ ਦੱਸੋ। ਮੈਂ ਦੇਖੋ ਜੀ, ਧਰਨੇ ਬਾਰੇ ਪਾਰਟੀ ਨੂੰ ਵੀ ਪਤਾ ਹੈ, ਹਾਈ ਕਮਾਂਡ ਤੱਕ ਇਹ ਗੱਲ ਗਈ ਹੈ, ਇਹਨਾਂ ਨੂੰ ਬਾਰ-ਬਾਰ ਬੁਲਾਇਆ ਗਿਆ ਕਿ ਆਪਣੀ ਪ੍ਰੋਬਲਮ ਦੱਸੋ। ਹਾਈ ਕਮਾਂਡ ਵੱਲੋਂ ਵੀ ਬੁਲਾਇਆ ਗਿਆ, ਪਰ ਇਹਨਾਂ ਵੱਲੋਂ ਨਾ ਕੋਈ ਠੋਸ ਰੀਜ਼ਨ, ਨਾ ਕੋਈ ਰਿਸਪੌਂਸ ਦਿੱਤਾ ਗਿਆ, ਤੇ ਉਹ ਪਾਰਟੀ ਵੱਲੋਂ ਹੀ ਜਿਹੜੇ ਵਰਕਰਸ ਨੇ ਪਾਰਟੀ ਦੇ ਅਗੇਂਸਟ ਐਕਟੀਵਿਟੀਜ਼ ਕੀਤੀਆਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਤੇ ਅੱਜ ਦਾ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਇਸ ਲੈਵਲ ਤੇ ਨਹੀਂ ਹੈ। ਮੈਂ ਇਹ ਦੱਸਣਾ ਚਾਹਾਂਗੀ ਕਿ ਜਿਹੜੀਆਂ ਮੁਸ਼ਕਲਾਂ ਸਾਡੇ ਸਾਹਮਣੇ ਆਈਆਂ ਜਾਂ ਲੋਕਾਂ ਵੱਲੋਂ ਦੱਸੀਆਂ ਗਈਆਂ ਵੀ ਸਾਡਾ ਕੰਟੈਕਟ ਨਹੀਂ ਹੋ ਪਾ ਰਿਹਾ ਜਾਂ ਕੰਮ ਨਹੀਂ ਹੋ ਰਹੇ, ਉਹਦੇ ਲਈ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਇਹ ਜਿਹੜੀ ਪ੍ਰੈਸ ਨੂੰ ਬੇਨਤੀ ਕੀਤੀ ਸੀ ਕਿ ਇੱਕ ਤਾਂ ਅਸੀਂ ਇਹ ਆਫਿਸ ਜਿਹੜਾ ਕੁਝ ਕੁ ਦਿਨਾਂ ਤੋਂ ਸ਼ੁਰੂ ਕੀਤਾ ਸੀ ਇੱਥੇ ਹੀ ਰੈਜ਼ੀਡੈਂਸ ਦੇ ਵਿੱਚ ਹੀ, ਇਹਦਾ ਮੈਂ ਕੰਟੈਕਟ ਨੰਬਰ ਰਿਲੀਜ਼ ਕਰਨ ਜਾ ਰਹੀ ਹਾਂ। ਉਹ 9056267609। ਰਿਪੀਟ ਕਰ ਦਿਓ। 9056267609। ਇੱਥੇ ਸਾਡਾ ਮੁੰਡਾ ਬੈਠਦਾ ਹੈ ਜਗਦੀਸ਼ ਕੁਮਾਰ, ਤੇ ਟਾਈਮਿੰਗ ਇਹਦੀ 9 ਤੋਂ 5 ਵਜੇ ਤੱਕ ਰਹੇਗੀ। ਨਾਲ ਸਾਡੇ ਵਰਕਰ ਬੈਠਣਗੇ ਰਮੇਸ਼ ਜੀ। ਤੇ ਹੁਣ ਤੱਕ ਜਿੰਨੀਆਂ ਕਿ ਐਕਟੀਵਿਟੀਜ਼ ਹੋਈਆਂ ਜਾਂ ਲੋਕਾਂ ਨੂੰ ਭੁਲੇਖੇ ਸੀ ਵੀ ਪਤਾ ਨਹੀਂ ਸਾਡੇ ਕੰਮ ਹੋ ਨਹੀਂ ਰਹੇ, ਤਾਂ ਉਹ ਵੀ ਮੈਂ ਦੱਸ ਦੇਵਾਂ ਕਿ ਇਹਨੂੰ ਅਸੀਂ ਇਸ ਤਰ੍ਹਾਂ ਕੰਪਿਊਟਰਾਈਜ਼ਡ ਕਰਕੇ ਸਾਰਾ ਕੁਝ ਅਸੀਂ ਆਨਲਾਈਨ ਫੀਡ ਕੀਤਾ ਹੋਇਆ ਹੈ। ਤੇ ਜਿਹੜੇ ਵੀ ਕੰਮ ਹੋਣਗੇ ਉਹ ਅਸੀਂ ਟਿਕ ਕਰਦੇ ਜਾਵਾਂਗੇ, ਜਿਹੜੇ ਨਹੀਂ ਹੋਣਗੇ ਫਿਰ ਉਹਨਾਂ ਤੇ ਵੀ ਗੌਰ ਕੀਤਾ ਜਾਏਗਾ। ਸਭ ਕੁਝ ਕੰਪਿਊਟਰ 'ਚ ਫੀਡ ਹੋਏਗਾ। ਇੱਕ ਵੀ ਕੋਈ ਸਾਨੂੰ ਇਹ ਨਹੀਂ ਮੌਕਾ ਲੋਕਾਂ ਨੂੰ ਦੇਵਾਂਗੇ ਕਿ ਉਹਨਾਂ ਨੂੰ ਐਂ ਲੱਗੇ ਵੀ ਸਾਡੀ ਕੋਈ ਐਪਲੀਕੇਸ਼ਨ ਰਿਜੈਕਟ ਹੋ ਗਈ ਜਾਂ ਕਿਤੇ ਸੁੱਟੀ ਗਈ, ਜਿਹੜੀਆਂ ਕਿ ਅਫਵਾਹਾਂ ਕੱਲ੍ਹ ਫੈਲਾਈਆਂ ਗਈਆਂ। ਇਸ ਤਰ੍ਹਾਂ ਦੀ ਕੋਈ ਵੀ ਐਕਟੀਵਿਟੀ ਆਮ ਆਦਮੀ ਪਾਰਟੀ ਦੇ ਆਫਿਸ 'ਚ ਨਹੀਂ ਹੋਏਗੀ। ਤੇ ਇੱਥੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਦੀ ਹਾਂ ਕਿ ਕਦੋਂ ਵੀ ਆ ਕੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੋਂ ਵੀ ਆ ਕੇ ਆਪਣੀਆਂ ਸ਼ਿਕਾਇਤਾਂ, ਜੋ ਵੀ ਉਹਨਾਂ ਨੂੰ ਦੁੱਖ ਦਰਦ ਹੈ, ਉੱਥੇ ਆ ਕੇ ਦਰਜ ਕਰਾ ਸਕਦੇ ਨੇ। ਜਿਹੜੇ ਸਾਨੂੰ ਲੱਗਿਆ ਕਿ ਮੌਕੇ ਤੇ ਫੋਨ ਕਰਕੇ ਨਿਪਟਾਰੇ ਹੋਣਗੇ, ਉਹ ਰਮੇਸ਼ ਜੀ ਮੇਰੇ ਨਾਲ ਕੰਟੈਕਟ ਕਰਨਗੇ ਤੇ ਉਹਨਾਂ ਦਾ ਮੌਕੇ ਤੇ ਵੀ ਨਿਪਟਾਰਾ ਕਰਾਂਗੇ। ਬਾਕੀ ਜਿਨ੍ਹਾਂ ਨੂੰ ਇਨ ਪ੍ਰੋਸੈਸ ਪਾਉਣਾ ਪੈਂਦਾ ਉਹ ਟਾਈਮ ਤਾਂ ਲੱਗੇਗਾ ਹੀ, ਜਿੰਨਾ ਕੁ ਜਾਇਜ਼ ਟਾਈਮ ਹੈ ਉਹ ਲੱਗੇਗਾ ਹੀ। ਇਹ ਮੈਨੂੰ ਦੱਸਣਾ ਚਾਹੀਦਾ। ਤੁਹਾਡੇ ਨਿੱਜੀ ਸਹਾਇਕ ਦੀਆਂ ਬੜੀਆਂ ਕੰਪਲੇਂਟਾਂ ਸੀਗੀਆਂ, ਉਹਨਾਂ ਬਾਰੇ ਕੀ ਕੀਤਾ? ਦੇਖੋ ਜੀ, ਨਿੱਜੀ ਸਹਾਇਕ ਦੀ ਮੈਂ ਇਹ ਗੱਲ ਵੀ ਸਪਸ਼ਟ ਕਰ ਦਿੰਦੀ ਹਾਂ ਕਿ ਜਿਸ ਤਰ੍ਹਾਂ ਪਾਰਟੀ ਦੇ ਜੋ ਰੂਲ ਹੈ ਕਿ ਜਿਹੜਾ ਵੀ ਇਨਸਾਨ, ਜਿਹੜਾ ਵੀ ਸਾਡਾ ਵਰਕਰ ਹੈ, ਭਾਵੇਂ ਮੇਰਾ ਨਿੱਜੀ ਸਹਾਇਕ ਹੈ,
ਜੋ ਪਾਰਟੀ ਦੇ ਅਗੇਂਸਟ ਜਾਂ ਸਾਡੀ ਪਾਰਟੀ ਨੂੰ ਡੀਫੇਮ ਕਰਨ ਲਈ ਕੋਈ ਐਕਟੀਵਿਟੀ ਕਰੇਗਾ ਉਹਨੂੰ ਅਸੀਂ ਪਾਰਟੀ 'ਚ ਨਹੀਂ ਰੱਖਾਂਗੇ। ਇਸੇ ਤਰ੍ਹਾਂ ਹੀ ਨਿੱਜੀ ਸਹਾਇਕ ਦਾ ਵੀ ਸੇਮ ਕੇਸ ਹੈ। ਜੇ ਉਹਦੀ ਕੋਈ ਪ੍ਰੋਬਲਮ ਉਹਦੇ ਪ੍ਰਤੀ ਲੋਕਾਂ ਨੂੰ ਸਾਹਮਣੇ ਆਈਆਂ ਨੇ ਤਾਂ ਮੈਂ ਉਹਨੂੰ ਅੱਜ ਤੋਂ ਪਾਸੇ ਕਰ ਦਿੱਤਾ। ਟ੍ਰੇਡ ਫੈਡਰੇਸ਼ਨ ਬਰਨਾਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਬਿਜਲੀ ਮੁਆਫੀ ਵਿੱਚ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਸਖਤ ਵਿਰੋਧ। ਟ੍ਰੇਡ ਫੈਡਰੇਸ਼ਨ ਬਰਨਾਲਾ ਵੱਲੋਂ ਪੰਜਾਬ ਸਰਕਾਰ ਦੁਆਰਾ ਬਿਜਲੀ ਮਾਫੀ ਵਿੱਚ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਸਖਤ ਵਿਰੋਧ ਕਰਦਿਆਂ ਅੱਜ ਪੰਜਾਬ ਦੇ ਆਮ ਵਰਗ ਦੇ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਸਾਡੀ ਇਹੀ ਮੰਗ ਹੈ ਕਿ ਸਾਰੇ ਜਨਰਲ ਕੈਟੇਗਰੀ ਨੂੰ ਖਾਸ ਤੌਰ ਤੇ ਬਰਾਬਰ ਸਮਝ ਆਵੇ। ਇਹ ਨਾ ਹੋਵੇ ਵੀ ਕਿ ਇੱਕੋ ਹੀ ਜਿਹੜੀ ਹੈਗੀ ਹੈ ਕੈਟੇਗਰੀ ਨੂੰ ਅੱਗੇ ਰੱਖਿਆ ਜਾਂਦਾ, ਬਾਕੀ ਕੈਟੇਗਰੀ ਦਾ ਕੋਈ ਨਹੀਂ। ਸਾਰੇ ਲੋਕਾਂ ਨੂੰ ਬਰਾਬਰ ਸਮਝ ਕੇ ਔਰ ਇਸ ਫੈਸਲੇ ਦੇ ਦੁਆਰਾ ਪੁਨਰ ਵਿਚਾਰ ਕਰਨਾ ਚਾਹੀਦਾ ਤਾਂ ਕਿ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਵੇ ਔਰ ਬਰਾਬਰ ਉਹਨਾਂ ਨੂੰ ਹੱਕ ਮਿਲਣ ਔਰ ਜਿਹੜੇ ਇਹ 300 ਯੂਨਿਟ ਦਾ ਕੀਤਾ ਉਹ ਸਾਰਿਆਂ ਵਾਸਤੇ ਬਰਾਬਰ ਹੱਕ ਹੋਵੇ। ਇਹੀ ਸਰਕਾਰ ਅੱਗੇ ਮੰਗ ਹੈ। ਨਹੀਂ ਲੇਕਿਨ ਫਿਰ ਸਿਰਫ ਜਨਰਲ ਕੈਟੇਗਰੀ ਵਾਸਤੇ ਕਿਉਂ ਸੋਚਿਆ ਜਾਂਦਾ ਬਈ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਰ ਤਰ੍ਹਾਂ ਟੈਕਸ ਪੇ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਲੇਕਿਨ ਜਦੋਂ ਸਹੂਲਤ ਦੀ ਮਤਲਬ ਆਉਂਦਾ ਸਰਕਾਰ ਸਾਹਮਣੇ ਉਸ ਟਾਈਮ ਉਹ ਕਰਦੇ ਨੇ ਵੀ ਨਹੀਂ ਜਿਹੜੇ ਦੂਸਰੇ ਕੈਟੇਗਰੀ ਦੇ ਲੋਕਾਂ ਨੂੰ ਉਹਨਾਂ ਨੂੰ ਅੱਗੇ ਰੱਖਿਆ ਜਾਵੇ। ਜਨਰਲ ਕੈਟੇਗਰੀ ਕੋਈ ਪਤਾ ਵੀ ਇਹ ਜਨਰਲ ਕੈਟੇਗਰੀ ਵਾਲੇ ਬੋਲਦੇ ਨਹੀਂ ਹੈਗੇ, ਕੋਈ ਧਰਨਾ ਨਹੀਂ ਲਾਉਂਦੇ, ਕੋਈ ਕੁਝ ਨਹੀਂ ਕਰਦੇ, ਲੇਕਿਨ ਜਦੋਂ ਉਹਨਾਂ ਦੇ ਹੁਣ ਆ ਪਈ ਤਾਂ ਉਹ ਜ਼ਰੂਰ ਇਸ ਗੱਲ ਵਾਸਤੇ ਫੈਸਲਾ ਕਰਨਗੇ। ਤਾਂ ਅਸੀਂ ਅੱਜ ਵੀ ਇਹ ਡੀ ਸਾਹਿਬ ਨੂੰ ਮੰਗ ਪੱਤਰ ਦੇਵਾਂਗੇ। ਜੇ ਉਹਨਾਂ ਨੇ ਨਾ ਕੁਝ ਕੀਤਾ ਤਾਂ ਅਸੀਂ ਅੱਗੇ ਵੀ ਜਿਹੜਾ ਹੈ ਆਪਣਾ ਅਗਲਾ ਪ੍ਰੋਗਰਾਮ ਲਿਖਾਂਗੇ। ਅਸੀਂ ਅੱਜ ਵਪਾਰ ਮਹਾਸੰਘ ਬਰਨਾਲਾ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਲਈ ਪਹੁੰਚੇ ਹਾਂ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਵਿੱਚ ਕਿਹਾ ਗਿਆ ਸੀ ਸਾਰਿਆਂ ਨੂੰ ਇੱਕ ਬਰਾਬਰ ਰੱਖਿਆ ਜਾਵੇਗਾ ਔਰ ਉਹਨਾਂ ਦਾ ਇਹ ਇੱਕ ਗਰੰਟੀ ਸੀ ਵੀ ਜਿਹੜਾ ਅਸੀਂ ਬਿਜਲੀ ਦੇ ਬਿੱਲ 300 ਯੂਨਿਟ ਮਾਫ ਕਰਾਂਗੇ ਵੀ ਸਾਰਿਆਂ ਨੂੰ ਕਰਾਂਗੇ। ਪਰ ਪਰਸੋਂ ਜਦੋਂ ਇਹ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਉਹਦੇ ਵਿੱਚ ਪੱਖਪਾਤੀ ਰੂਪ ਦੇ ਵਿੱਚ ਜਿਹੜੇ ਜਨਰਲ ਕਾਸਟ ਦੇ ਲੋਕ ਸੀ ਉਹਨਾਂ ਨਾਲ ਦਰੈਤ ਕੀਤੀ ਗਈ, ਮਰਤਈ ਮਾਂ ਵਾਲਾ ਸਲੂਕ ਕੀਤਾ ਗਿਆ। ਉਹਦੇ ਸੰਬੰਧ ਵਿੱਚ ਅੱਜ ਮਾਨਯੋਗ ਮੁੱਖ ਮੰਤਰੀ ਜੀ ਦੇ ਨਾਂ ਨੂੰ ਅਸੀਂ ਇੱਕ ਮੰਗ ਪੱਤਰ ਲੈ ਕੇ ਹਾਜ਼ਰ ਹੋਏ ਹਾਂ। ਡੀਸੀ ਸਾਹਿਬ ਦੇ ਥਰੂ ਅੱਜ ਮੰਗ ਪੱਤਰ ਦੇਵਾਂਗੇ ਵੀ ਇਹ ਜਿਹੜਾ ਤੁਸੀਂ ਜਾਰੀ ਕੀਤਾ ਸਭ ਵਾਸਤੇ ਇੱਕ ਰੂਪ ਦੇ ਵਿੱਚ ਜਿਵੇਂ ਤੁਸੀਂ ਵਾਅਦਾ ਕੀਤਾ ਸੀ ਵੀ ਉਵੇਂ ਕਰੋ, ਵੀ ਇਹ ਨਾ ਕਰੋ ਵੀ ਇੱਕ ਨੂੰ ਤਾਂ ਇਹ 'ਚ ਉੱਪਰ 40 ਆ ਕੇ ਪੂਰੇ 640 ਲੱਗਣਗੇ, ਦੂਜੇ ਦੇ 650 ਹੋ ਗਏ ਉਹ 600 ਮਾਫ ਇਕੱਲੇ 50 ਦੇ ਪੈਸੇ ਭਰੂਗਾ। ਜਾਤੀਵਾਦ ਦਾ ਨਾ ਕੰਮ ਕਰੋ, ਇਹ ਸਾਰੇ ਇੱਕ ਬਰਾਬਰ ਕੰਮ ਕਰੋ। ਜਿਹੜਾ ਸੰਘਰਸ਼ ਵੀ ਕਰਾਂਗੇ ਅਸੀਂ ਮੰਨ ਪੱਤਰ ਦੇ ਵਿੱਚ ਲਿਖਿਆ, ਜੇ ਨਾ ਇਹ ਰੋਲ ਬੈਕ ਕੀਤਾ ਸਰਕਾਰ ਨੇ ਅਸੀਂ ਸੜਕਾਂ 'ਤੇ ਵੀ ਉਤਰਾਂਗੇ। ਜਨਰਲ ਕੈਟੇਗਰੀ ਦੇ ਲੋਕ ਜਿਹੜੇ ਵਪਾਰ ਮਹਾਸੰਘ ਵੱਲੋਂ ਅਸੀਂ ਅੱਜ ਇਹ ਆਏ ਆ ਇੱਥੇ ਬਰਨਾਲੇ ਵਿੱਚ ਔਰ ਪੂਰੇ ਜ਼ੋਰ ਸ਼ੋਰ ਨਾਲ ਮੰਗ ਉਠਾਵਾਂਗੇ। ਦੇਖੋ ਅਸੀਂ ਟੈਕਸ ਪੇਅਰ ਹਾਂ, ਵਪਾਰੀ, ਅਸੀਂ ਟੈਕਸ ਕਲੈਕਟ ਕਰਕੇ ਸਰਕਾਰ ਨੂੰ ਦਿੰਦੇ ਹਾਂ। ਉਹ ਸਾਡੇ ਨਾਲ ਹੀ ਇਹੋ ਜਿਹਾ ਸਲੂਕ ਕੀਤਾ ਜਾਂਦਾ ਬਹੁਤ ਮਾੜੀ ਗੱਲ ਆ, ਕਿਉਂਕਿ ਸਰਕਾਰ ਬਣਨ ਤੋਂ ਪਹਿਲਾਂ ਜਾਂ ਤਾਂ ਇਹ ਪਹਿਲਾਂ ਕਹਿੰਦੇ ਵੀ ਜਾਤੀਵਾਦ ਅਸੀਂ ਉਹਨਾਂ ਦੀ ਵੋਟਾਂ ਲੈਣੇ, ਤੁਹਾਡੀ ਵੋਟਾਂ ਦੀ ਲੋੜ ਨਹੀਂ ਸੀ। ਵੋਟਾਂ ਲੈਣ ਤੋਂ ਬਾਅਦ ਅਸੀਂ ਠੱਗੇ ਮਹਿਸੂਸ ਕਰ ਰਹੇ ਹਾਂ ਹੁਣ ਵਪਾਰੀ ਵੋਟਾਂ। ਕਿਵੇਂ ਦੇਖਦੇ ਹੋ ਤੁਸੀਂ ਇਹ ਬਿੱਲ ਮਾਫ ਹੀ ਹੋਣੇ ਚਾਹੀਦੇ ਨੇ, ਸਾਰਿਆਂ ਨੂੰ ਹੋਣੇ ਚਾਹੀਦੇ ਨੇ, ਜ਼ਿਆਦਾ ਕੋਈ ਹੋਰ ਗੱਲ? ਅਸੀਂ ਤਾਂ ਵਪਾਰੀ ਤਾਂ ਪਹਿਲੀ ਗੱਲ ਤਾਂ ਦੇ ਕੇ ਰਾਜੀ ਹਾਂ ਬਿੱਲ ਵੀ ਇਹਦੀ ਜਿਹੜੀ ਦਰ ਹੈ ਰੇਸ਼ੋ ਘਟਾ ਦਿਓ, ਜਿਵੇਂ 7 ਰੁਪਏ 3 ਹੀ ਕਰ ਦਿਓ, ਫਲੈਟ ਰੇਟ ਕਰ ਦਿਓ, ਸਾਰਿਆਂ ਵਾਸਤੇ ਕਰ ਦਿਓ। ਇਹ ਨਹੀਂ ਹੈ ਕਿ ਸਾਡੇ ਬਹੁਤ ਸਾਰੇ ਐਸੇ ਜਨਰਲ ਕੈਟਾਗਰੀ ਦੇ ਪਰਿਵਾਰ ਨੇ, ਜ਼ਿਮੀਂਦਾਰ ਪਰਿਵਾਰ ਨੇ, ਅਗਰਵਾਲ ਪਰਿਵਾਰ ਨੇ, ਬ੍ਰਾਹਮਣ ਪਰਿਵਾਰ ਨੇ, ਜਿਨ੍ਹਾਂ ਦੇ ਘਰੇ ਮਤਲਬ ਰੋਟੀ ਵੀ ਨਹੀਂ ਪੱਕਦੀ। ਆਰਥਿਕ ਦੇ ਆਧਾਰ ਤੇ ਕੋਈ ਵੀ ਸਬਸਿਡੀ ਦੇਣੀ ਚਾਹੀਦੀ ਹੈ, ਨਾ ਕਿ ਜਾਤੀ ਦੇ ਆਧਾਰ ਤੇ ਤਾਂ ਸਬਸਿਡੀ ਦੇਣੀ ਚਾਹੀਦੀ ਹੈ। ਮਹਿਲਾਵਾਂ ਨੂੰ ਤਾਂ ਹੋ ਵੀ ਘਰ ਦੇ ਕੰਮ ਬਥੇਰੇ ਨੇ, ਜੇ ਮੀਟਰ ਦੇ ਮੂਹਰੇ ਹੀ ਬੈਠੇ ਰਹਿਣਗੀਆਂ ਤੇ ਘਰ ਦੇ ਕੰਮ ਰੁਕ ਜਾਣੇ ਆ। ਤੇ ਸਾਡੀ ਇਹੀ ਮੰਗ ਹੈ ਵੀ ਸਾਰਿਆਂ ਨੂੰ ਇੱਕ ਬਰਾਬਰ ਹੋਏ, ਚਾਹੇ ਜਨਰਲ ਕੈਟਾਗਰੀ ਹੋਏ ਚਾਹੇ ਲੋ ਹੋਏ, ਸਾਰਿਆਂ ਨੂੰ ਇੱਕ ਬਰਾਬਰ ਹੋਏ। ਜਾਂ ਤਾਂ ਬਿਜਲੀ ਦੇ ਬਿੱਲ ਬਿਲਕੁਲ ਹੀ ਮਾਫ ਕਰਨ ਜਾਂ ਬਿਜਲੀ ਦੇ ਰੇਟ ਘਟਾਉਣ। ਪੰਜਾਬ ਸਰਕਾਰ ਨੂੰ ਸਾਰਿਆਂ ਨੂੰ ਇੱਕ ਬਰਾਬਰ ਦੇਖਣਾ ਚਾਹੀਦਾ ਹੈ। ਜੇ ਆਪਾਂ ਵੋਟਾਂ ਵੀ ਇਕੁਅਲ ਨਹੀਂ ਕਹਿ ਸਕਦੇ, ਵੱਧ ਹੀ ਕਹਿ ਸਕਦੇ ਆ, ਪਰ ਉਹਨਾਂ ਨੂੰ ਆਪਣੀ ਜਨਤਾ ਵਾਸਤੇ ਸੋਚਣਾ ਚਾਹੀਦਾ ਹੈ। ਬਿਲਕੁਲ ਪਹਿਲਾਂ ਕਹਿੰਦੇ ਸੀ ਵੀ ਮੀਟਰ ਬਿਜਲੀ ਬਿੱਲ ਮਾਫ ਕਰਨਗੇ, 1000 ਰੁਪਏ ਮਹੀਨਾ ਘਰੇਲੂ ਔਰਤਾਂ ਨੂੰ ਦੇਣਗੇ। ਹੁਣ ਵੋਟਾਂ ਤੋਂ ਬਾਅਦ ਕੁਝ ਇਹੋ ਜਿਹਾ ਦਿਖਦਾ ਨਹੀਂ ਪਿਆ, ਤੇ ਇਸ ਕਰਕੇ ਸਾਡੀ ਇਹੀ ਮੰਗ ਹੈ ਵੀ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਉਹ ਤਾਂ ਖਰਾ ਉਤਰਨ। BKU ਉਗਰਾਹਾਂ ਨੇ ਲਾਇਆ DC ਦਫ਼ਤਰ ਅੱਗੇ ਧਰਨਾ। ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਸਵੀਕਾਰ ਕੀਤੀਆਂ ਮੰਗਾਂ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 11 ਅਪ੍ਰੈਲ ਤੋਂ ਮਨਾਏ ਜਾ ਰਹੇ ਰੋਜ਼ ਹਫ਼ਤੇ ਤਹਿਤ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਵੱਲੋਂ ਸਵੀਕਾਰ ਕੀਤੀਆਂ ਮੰਗਾਂ ਲਾਗੂ ਕੀਤੇ ਜਾਣ ਦੀ ਮੰਗ ਕੀਤੀ ਗਈ।
ਬੀਕੇ ਉਗਰਾਹਾਂ ਵੱਲੋਂ ਮਾਨਸਾ ਡੀਸੀ ਦਫ਼ਤਰ ਦੇ ਨੇੜੇ ਧਰਨਾ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨੀ ਮੰਗਾਂ ਨੂੰ ਲੈ ਕੇ ਸਾਡੇ ਨਾਲ ਕਿਸਾਨ ਆਗੂ ਨੇ, ਗੱਲ ਕਰਾਂਗੇ ਕਿਹੜੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਗਿਆਗਾ। ਕੀ ਕਹੋਗੇ ਪ੍ਰਧਾਨ ਜੀ, ਅੱਜ ਜਿਹੜਾ ਇਹ ਧਰਨਾ ਲਾਇਆ ਗਿਆਗਾ ਦੁਬਾਰਾ ਕਿਸਾਨ ਅੱਜ ਗਰਮੀ ਦੀ ਅੱਤ ਦੀ ਗਰਮੀ 'ਚ ਕਿਸਾਨ ਮਜ਼ਦੂਰ ਔਰਤਾਂ ਬੈਠੇ ਧਰਨੇ 'ਤੇ? ਅੱਜ ਦਾ ਜਿਹੜਾ ਹੈਗਾ ਡੀਸੀ ਦਫ਼ਤਰ ਦੇ ਅੱਗੇ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ ਪੂਰੇ ਹਿੰਦੁਸਤਾਨ 'ਚ 11 ਤਰੀਕ ਤੋਂ ਲੈ ਕੇ 17 ਤਰੀਕ ਤੱਕ ਕੇਂਦਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਡੀਸੀ ਦਫ਼ਤਰਾਂ ਦੇ ਅੱਗੇ ਕਰਨਾ ਕੀਤਾ ਸੀ। ਕੱਲ ਛੁੱਟੀ ਸੀ, ਇਸ ਕਰਕੇ ਅਸੀਂ ਅੱਜ 18 ਨੂੰ ਕਰ ਰਹੇ ਹਾਂ। ਇਹ 'ਚ ਮੰਗਾਂ ਸਾਡੀ ਇਹੀ ਹੈ, ਮੇਨ ਹੈਗੀ ਹੈ ਸਾਡੀ MSP ਗਰੰਟੀ ਕਾਨੂੰਨ ਬਣਾਉਣਾ, ਕਿਉਂਕਿ ਸਰਕਾਰ ਕਈ ਫਸਲਾਂ ਦੇ ਰੇਟ ਤੈਅ ਕਰਦੀ ਹੈ। ਉਹਦੇ ਵਿੱਚ ਸਿਰਫ ਕਣਕ, ਝੋਨਾ ਤੇ ਨਰਮਾ ਖਰੀਦਿਆ ਜਾਂਦਾ, ਉਹ ਵੀ ਇਕੱਲੇ ਪੰਜਾਬ ਤੇ ਹਰਿਆਣੇ ਦੇ ਵਿੱਚੋਂ, ਬਾਕੀ ਥਾਵਾਂ ਤੇ ਹੈ ਨਹੀਂ। ਇਸ ਕਰਕੇ ਜਿਹੜਾ ਉਹ ਵਾਅਦਾ ਕੀਤਾ ਸੀ ਮੋਰਚਾ ਉਠਾਉਣ ਵੇਲੇ, ਕਾਨੂੰਨ ਰੱਦ ਕਰਤੇ ਕਿ ਅਸੀਂ ਇਹ ਕਾਨੂੰਨ ਬਣਾਉਣ ਵਾਸਤੇ MSP ਗਰੰਟੀ ਕਾਨੂੰਨ ਇੱਕ ਕਮੇਟੀ ਬਣਾਵਾਂਗੇ, ਉਹ ਤੈਅ ਕਰੂਗੀ। ਹਜੇ ਤੱਕ ਸਰਕਾਰ ਨੇ ਕੋਈ ਕਮੇਟੀ ਨਹੀਂ ਬਣਾਈ, ਕਿਸੇ ਨੁਮਾਇੰਦੇ ਨਹੀਂ ਪੁੱਛਿਆ। ਅੱਜ ਅਸੀਂ ਮੰਗ ਕਰਦੇ ਹਾਂ ਕਿ ਉਹ ਕਾਨੂੰਨ ਬਣਾਇਆ ਜਾਵੇ ਜਿਹੜਾ ਸਰਕਾਰ ਰੇਟ ਤੈਅ ਕਰਦੀ ਹੈ, ਉਹ ਕਿਸੇ ਵੀ ਫਸਲ ਦਾ 23 ਦੀਆਂ 23 ਫਸਲਾਂ ਉਹ ਉਦੋਂ ਘੱਟ ਨਾ ਖਰੀਦੇ, ਕੋਈ ਵੱਧ ਕੇ ਚਾਹੇ ਜਿੰਨਾ ਮਰਜ਼ੀ ਖਰੀਦ ਸਕਦਾ, ਅਧਿਕਾਰ ਹੈ। ਇਸ ਗੱਲ ਨੂੰ ਲੈ ਕੇ ਅਸੀਂ ਅੱਜ ਦਾ ਜਿਹੜਾ ਇੱਕ ਦਿਨ ਦਾ ਧਰਨਾ ਤੇ ਇਹਦੇ ਨਾਲ ਮੰਗਾਂ ਦੂਜੀਆਂ ਵੀ ਨੇ, ਲਖਵੀਰਪੁਰ ਖੀਰੀ ਵਾਲੀ ਵੀ ਹੈ, ਝੂਠੇ ਕੇਸ ਪਾਇਆ ਕਿਸਾਨਾਂ ਦੀ, ਉਹ ਹੈ। ਇਸ ਮੰਗਾਂ ਤੇ ਸਾਡਾ ਇੱਕ ਦਿਨ ਦਾ ਮਾਨਸਾ ਦੇ ਵਿੱਚ ਹੈ, ਉਹ ਹਫ਼ਤਾ ਹੋ ਗਿਆ ਪੂਰੇ ਪੰਜਾਬ 'ਚ। ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਲਈ ਸਰਕਾਰਾਂ ਦਾਅਵੇ ਕਰਦੇ ਆ ਰਹੀਆਂ ਨੇ ਕਿ ਕਿਸਾਨ ਖੁਸ਼ਹਾਲ ਹੋ ਜਾਊਗਾ, ਹਾਲੇ ਤੱਕ ਖੁਸ਼ਹਾਲ ਨਹੀਂ ਹੋਇਆ, ਲਗਾਤਾਰ ਕਰਜ਼ਾ ਚੜ੍ਹਦਾ ਆ ਰਿਹਾ ਹੈਗਾ ਕਿਸਾਨਾਂ ਦੇ ਸਿਰ। ਸਰਕਾਰ ਇਹ ਕਹਿੰਦੀ ਹੈ ਕਿ ਕਿਸਾਨ ਖੁਸ਼ਹਾਲ ਹੋ ਜਾਊਗਾ, ਅਸਲ ਦੇ ਵਿੱਚ ਉਹਦੇ ਤੱਥ ਸਮਝਣੇ ਚਾਹੀਦੇ। ਉਹ ਕਹਿੰਦੇ ਵੀ ਇਹ ਆਉਣ ਵਾਲੇ ਸਮੇਂ 'ਚ ਖੇਤੀ 'ਚੋਂ ਵੀ ਬਾਹਰ ਹੋ ਜਾਊਗਾ, ਮਤਲਬ ਇਹਦਾ ਇਹ ਬਣਦਾ। ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਨੇ, ਆ ਨਰਮੇ ਦਾ ਰੇਟ ਹੈ ਜਿਹੜਾ ਇੱਕ ਥੈਲੇ ਮਗਰ 45 ਰੁਪਏ ਵਧਾਤਾ, ਖਾਦਾਂ ਦੀਆਂ ਕੀਮਤਾਂ ਚੱਕੀ ਤੁਰੇ ਜਾਂਦੇ ਆ, ਸਾਰੀਆਂ ਸਬਸਿਡੀਆਂ ਖਤਮ ਕਰਕੇ ਜਿਹੜੀ ਲਾਗਤ ਖਰਚੇ ਤਾਂ ਵਧਣਗੇ ਹੋਰ, ਪਰ ਜਿਹੜੇ ਭਾਅ ਬੰਨਣੇ ਹੈ, ਖਰੀਦ ਕਰਨੀ ਹੈ, ਰੇਟ ਤੈਅ ਕੀਤਾ ਦੇਣਾ ਕਿ ਨਾ ਦੇਣਾ, ਉਧਰ ਤੋਂ ਸਾਰੇ ਕਦਮ ਪਿੱਛੇ ਉਠਾਏ ਜਾ ਰਹੇ ਨੇ। ਮਤਲਬ ਇਹਦਾ ਇਹ ਬਣਦਾ ਵੀ ਆਉਣ ਵਾਲੇ ਸਮੇਂ 'ਚ ਕਿਸਾਨ ਖੁਸ਼ਹਾਲ ਨਹੀਂ, ਕਿਸਾਨ ਖੇਤੀ 'ਚੋਂ ਬਾਹਰ ਕਰਨਾ ਸਰਕਾਰ ਨੇ। ਉਹਨਾਂ ਦੀ ਇਹ ਮਨਸ ਹੈ, ਸਾਡੀ ਇਹ ਮਨਸ ਹੈ ਕਿ ਅਸੀਂ ਆਪਦੇ ਕਿਸਾਨਾਂ ਨੂੰ ਬਚਾ ਕੇ ਰੱਖਣਾ ਹੈ, ਜ਼ਮੀਨਾਂ ਵੀ ਰੱਖਣੀਆਂ, ਰੇਟ ਵੀ ਲੈਣੇ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਜਿਵੇਂ ਖਾਦਾਂ ਦੇ ਰੇਟ ਵਧਦੇ ਹੈ, ਡੀਜ਼ਲ ਦੇ ਰੇਟ ਵਧਦੇ, ਸਾਡੀ ਫਸਲਾਂ ਦੇ ਉਵੇਂ ਭਾਅ ਦਿਓ, ਉਹਨਾਂ 'ਤੇ ਕੱਟ ਲਾਓ। ਡੀਜ਼ਲ ਵਾਲੀਆਂ ਕੰਪਨੀਆਂ, ਬੀਜ ਵਾਲੀਆਂ ਕੰਪਨੀਆਂ, ਖਾਦਾਂ ਵਾਲੀਆਂ ਕੰਪਨੀਆਂ ਜਿਹੜੇ ਮਨਮਰਜ਼ੀ ਦੇ ਮੁਨਾਫੇ 'ਤੇ ਉਹ ਰੇਟ ਦੇ, ਉਹਨਾਂ 'ਤੇ ਕੱਟ ਲਾਇਆ ਜਾਵੇ, ਵੱਡੇ ਲੋਕਾਂ 'ਤੇ ਟੈਕਸ ਲਾਇਆ ਜਾਵੇ, ਕਿਸਾਨਾਂ ਨੂੰ ਸਬਸਿਡੀ ਦਿੱਤੀਆਂ ਜਾਣ। ਫਿਰ ਸਾਡਾ ਜਿਹੜਾ ਖੇਤੀ ਖਰਚੇ ਗਿਣ ਕੇ 50% ਮੁਨਾਫੇ ਵਾਲਾ ਭਾਅ ਦਿੱਤਾ ਜਾਵੇ, ਕਰਜ਼ੇ ਖਤਮ ਕੀਤੇ ਜਾਣ, ਫਿਰ ਕਿਸਾਨ ਬਚ ਸਕਦਾ। ਕੀ ਕਹੋਗੇ ਪ੍ਰਧਾਨ ਜੀ, ਲਗਾਤਾਰ ਦੇਸ਼ ਦਾ ਅੰਨਦਾਤਾ ਸੜਕਾਂ ਤੇ ਰਹਿੰਦਾ ਹਰ ਵਾਰ, ਚਾਹੇ ਫਸਲ ਬੀਜਣੀ ਹੋਵੇ ਚਾਹੇ ਵੇਚਣੀ ਹੋਵੇ, ਤੇ ਕਰਜ਼ਾ ਵੀ ਲਗਾਤਾਰ ਵਧਿਆ ਸਰ। ਦੇਖੋ ਕਿਸਾਨ ਜਿਹੜਾ ਹੈਗਾ, ਖਾਸ ਕਰਕੇ ਅੰਨਦਾਤਾ, ਤੁਸੀਂ ਅੰਨਦਾਤੇ ਦਾ ਨਾਂ ਦਿੱਤਾ, ਬਾਕੀ ਸਰਕਾਰਾਂ ਵੀ ਕਹਿਣ ਨੂੰ ਅੰਨਦਾਤਾ ਕਹਿੰਦੀਆਂ, ਪਰ ਅੰਨਦਾਤੇ ਦੀ ਬਜਾਏ ਇਹ ਭਿਖਾਰੀ ਬਣਾਤਾ। ਇਹਦਾ ਕਾਰਨ ਹੈ ਸਰਕਾਰ ਦੀਆਂ ਨੀਤੀਆਂ, ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਜਿਹੜੇ ਰੰਗ ਦੀ ਮਰਜ਼ੀ ਆ ਜੇ, 75 ਸਾਲ ਤੋਂ ਲੋਕ ਦੇਖ ਰਹੇ ਆ। ਪੰਜਾਬ ਦੀ ਗੱਦੀ ਤੇ ਜਿਹੜੇ ਰੰਗ ਦੀ ਸਰਕਾਰ ਮਰਜ਼ੀ ਬਹਿ ਜੇ, ਲੋਕ ਦੇਖ ਰਹੇ ਆ। ਚੋਣਾਂ ਵੇਲੇ ਉਹ ਵਾਅਦੇ ਕਰਦੇ ਆ ਲੋਕਾਂ ਨਾਲ, ਸਾਡਾ ਇੱਕ ਨਾਰਾ ਵੀ ਹੈ, ਵਾਅਦੇ ਕਰਦੇ ਲੋਕਾਂ ਨਾਲ, ਜੁੜ ਬਹਿੰਦੇ ਲੋਕਾਂ ਨਾਲ। ਅਸਲ ਵਿੱਚ ਉਹ ਨੀਤੀਆਂ ਬਣਦੀਆਂ ਸੰਸਾਰ ਬੈਂਕ ਦੇ ਹੁਕਮਾਂ ਤੇ, ਕੌਮਾਂਤਰੀ ਮੁਦਰਾ ਕੋਸ਼ ਦੇ ਹੁਕਮਾਂ ਤੇ, ਜਾਂ ਜਿਹੜੀ ਸੰਸਾਰ ਵਪਾਰ ਜਥੇਬੰਦੀ ਜਿਹਨੂੰ WTO ਕਿਹਾ ਜਾਂਦਾ, ਉਹਦੇ ਹੁਕਮਾਂ ਦੇ ਤਹਿਤ। ਉਹ ਨੀਤੀਆਂ ਸਾਰੀਆਂ ਕਾਰਪੋਰੇਟ ਘਰਾਣਿਆਂ ਪੱਖੀ ਹੁੰਦੀਆਂ, ਤੇ ਸਾਡੇ ਕਿਰਤੀ ਲੋਕਾਂ ਦੇ, ਕੁੱਲ ਕਿਰਤ ਕਰਨ ਦੇ ਲੋਕਾਂ ਦੇ, ਇਕੱਲੇ ਕਿਸਾਨੀ ਦੀ ਕਿਰਤ ਕਰਨ ਵਾਲੇ ਨਹੀਂ, ਜਿਹੜੇ ਦਿਮਾਗੀ ਕਿਰਤ ਕਰਦੇ ਉਹ ਵੀ ਹੈ, ਜਿਹੜੇ ਕੋਈ ਹੋਰ ਕਾਰੋਬਾਰ ਕਰਦੇ ਉਹ ਵੀ ਹੈ। ਕਿਰਤੀ ਲੋਕਾਂ ਦੇ ਉਲਟ ਹੈ, ਤੇ ਉਹਨਾਂ ਦੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ। ਇਸ ਕਰਕੇ ਨੀਤੀਆਂ ਕਰਕੇ ਅੰਨਦਾਤਾ ਜਿਹੜਾ ਭਿਖਾਰੀ ਬਣਾ ਰੱਖਿਆ ਇਹਦਾ। ਨਾ ਕਿ ਇਹ ਗੱਲ ਹੈ ਕੋਈ ਅੰਨਦਾਤੇ 'ਚ ਕਸੂਰ ਹੈ, ਨਾ ਸਾਡੀ ਜ਼ਮੀਨ 'ਚ ਕਸੂਰ ਹੈ, ਨਾ ਉਹਦੀ ਕਿਰਤ ਕਰਨ 'ਚ ਕੋਈ ਕਸੂਰ ਹੈ। ਇੱਥੇ ਤੁਸੀਂ ਦੇਖੋ ਅਨਾਜ ਦੇ ਭੰਡਾਰ ਲਾਤੇ ਸਾਡੇ ਯਾਦ ਹੈ ਅਸੀਂ, ਕਿਉਂਕਿ ਪੁਰਾਣੇ ਲੰਮੇ ਸਮੇਂ ਤੋਂ ਇਸ ਕਿਸਾਨ ਲਹਿਰ ਦੇ ਵਿੱਚ ਕੰਮ ਕਰਦੇ ਹਾਂ। ਦੇਸ਼ ਦਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨਾਅਰਾ ਦਿੱਤਾ ਸੀ ਵੀ 2 ਦਿਨ ਦਾ ਵਰਤ ਰੱਖੋ ਕਿਸਾਨਾਂ। 1-2 ਦਿਨ ਦੇ ਵਾਸਤੇ 4 ਡੰਗਾ ਦਾ ਬਚਾਇਆ ਹੋਇਆ ਅਨਾਜ ਸਾਡੇ ਥੋੜ੍ਹੇ ਵੇਲੇ ਕੰਮ ਹੋਊਗਾ। ਫੌਜ ਦੇ ਵਿੱਚ ਕਹਿੰਦੇ ਵਿਹਲੇ ਥਾਵਾਂ ਦੇ ਵਿੱਚ ਇਹ ਕਣਕ ਵਜਾਉਣੀ ਸ਼ੁਰੂ ਕਰਤੀ ਸੀ, ਤੇ ਇੱਥੋਂ ਤੱਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਐਂ ਕਹਿੰਦੀ ਰਹੀ ਹੈ, ਸਾਡੇ ਕਰਕੇ ਪੰਜਾਬ ਦੇ ਲੋਕਾਂ ਨੂੰ ਮਿਹਣਾ ਮਾਰਿਆ ਵੀ ਮੈਂ ਜਦੋਂ ਬਾਹਰਲੇ ਮੁਲਕਾਂ ਕੋਲੇ ਅੰਨ ਖਾਤਰ ਝੋਲੀ ਅੜਦੀ ਆ, ਮੇਰਾ ਢਿੱਡ ਨੰਗਾ ਹੁੰਦਾ। ਪਰ ਪੰਜਾਬ ਦੇ ਅਣਖੀ ਲੋਕਾਂ ਨੇ ਉਹ ਮਿਹਣੇ ਨੂੰ ਝੱਲਦੇ ਹੋਏ ਅੱਜ ਮਤਲਬ ਕੀ ਤੋਂ ਕੀ ਕਰਤਾ। ਅੱਜ ਉਹੀ ਦੇਸ਼ ਦੇ ਹਾਕਮ ਇਹ ਕਹਿਣ ਲੱਗ ਗਏ ਵੀ ਸਾਡੇ ਕੋਲੇ ਅਨਾਜ ਧਰਨ ਨੂੰ ਹੈ ਨਹੀਂ, ਦੇਸ਼ ਦੀ ਭੁੱਖ ਕੱਢਦੀ। ਪਰ ਇਹਦੇ ਨਾਲ ਹੋ ਕੀ ਗਿਆ, ਦੇਸ਼ ਦਾ ਅੰਨਦਾਤਾ ਤਾਂ ਤੁਸੀਂ, ਤੁਹਾਡਾ ਆਪਦਾ ਸਵਾਲ ਹੀ ਹੈ ਕੀ ਹਟ ਗਿਆ, ਉਹ ਭੁੱਖਮਰੀ ਦਾ ਸ਼ਿਕਾਰ ਵੀ ਹੋ ਗਿਆ।
ਉਹ ਖੁਦਕਸ਼ੀਆਂ ਦਾ ਸ਼ਿਕਾਰ ਵੀ ਹੋ ਗਿਆ, ਉਹ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਗਿਆ। ਕਿਹੜੀ ਅਲਾਮਤ ਅੱਜ ਜਿਹੜੀ ਕਿਰਤੀ ਲੋਕ ਨੂੰ ਜੁੜੀ ਹੋਈ ਨਹੀਂ। ਇਸ ਕਰਕੇ ਅਸਲ ਵਿੱਚ ਉਹ ਨੀਤੀਆਂ ਜ਼ਿੰਮੇਵਾਰ ਹੈ। ਉਹਨਾਂ ਨੀਤੀਆਂ ਦੇ ਖਿਲਾਫ ਸਾਡੀ ਲੜਾਈ ਹੈ ਲਗਾਤਾਰ। ਨੀਤੀਆਂ ਬਦਲਾਉਣ ਤੇ ਵੱਡਾ ਜ਼ੋਰ ਲੱਗਦਾ ਹੈ। ਇਸ ਕਰਕੇ ਸਾਨੂੰ ਦਿਨ ਰਾਤ ਸੜਕਾਂ ਤੇ ਰਹਿਣਾ ਪੈਂਦਾ ਹੈ, ਚਾਹੇ ਬਿਜਾਈ ਹੋਵੇ, ਚਾਹੇ ਕਢਾਈ ਹੋਵੇ, ਚਾਹੇ ਮੰਡੀਆਂ 'ਚ ਸਮੱਸਿਆ ਆਉਂਦੀ ਹੈ, ਚਾਹੇ ਕਾਲੇ ਕਾਨੂੰਨ ਆ ਜਾਣ ਉਹਨਾਂ ਖਿਲਾਫ ਲੜਨਾ ਪੈਂਦਾ ਹੈ। ਹਾਲਤ ਇਹ ਹੈ ਵੀ ਸਾਨੂੰ ਤੀਹਰੀ ਲੜਾਈ ਲੜਨੀ ਪੈਂਦੀ ਹੈ। ਪਹਿਲਾਂ ਅਸੀਂ ਮੰਗਾਂ ਮਨਾਉਣ ਖਾਤਰ ਲੜਦੇ ਹਾਂ, ਮਨਾਉਣੀਆਂ ਪੈਂਦੀਆਂ, ਫਿਰ ਉਹਨੂੰ ਲਾਗੂ ਕਰਾਉਣ ਖਾਤਰ ਲੜਦੇ ਹਾਂ। ਲਾਗੂ ਹੋਈਆਂ ਵੀ ਉਹ ਕੇ ਲੈ ਜਾਂਦੇ ਆ। ਨਰਮੇ ਦੀ ਉਦਾਹਰਨ ਤੁਹਾਡੇ ਸਾਹਮਣੇ ਆ। ਅਸੀਂ ਲੜ ਕੇ ਨੁਕਸਾਨ ਹੋਇਆ 60,000 ਦਾ, ਮਿਲਦਾ ਸਾਨੂੰ 17,000। ਇਹਦੇ ਜੋ 10% ਮਜ਼ਦੂਰਾਂ ਨੂੰ ਹਲੇ ਤੱਕ ਨਹੀਂ ਵੰਡਿਆ ਗਿਆ। ਨਗੂਣੀ ਰਾਹਤ ਵੀ ਸਰਕਾਰ ਦੇਣ ਨੂੰ ਤਿਆਰ ਨਹੀਂ। ਹੁਣ ਤੱਕ ਅਸੀਂ ਲੜੀਏ ਜਾਂਦੇ ਹਾਂ। ਇਸ ਕਰਕੇ ਇਹ ਫਿਰ ਸਾਡਾ ਇਹ ਕੰਮ ਹੈ। ਸਾਡੇ ਤਾਂ ਇੱਕੋ ਹੀ ਰਾਹ ਨਿਕਲਿਆ ਹੋਇਆ ਵੀ ਸੰਘਰਸ਼ਾਂ ਰਾਹੀਂ ਹੈ। ਸੰਘਰਸ਼ ਅਸੀਂ ਲੋਕਾਂ ਨੂੰ ਵੀ ਇਹੀ ਸੱਦਾ ਦਿੰਦੇ ਹਾਂ। ਸਾਡੇ ਬਾਬੇ ਨੇ ਵੀ ਗੁਰਬਾਣੀ 'ਚ ਇਹੀ ਕਿਹਾ ਹੋਇਆ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰ ਗਿਆ। ਆਪ ਦਾ ਕਾਜ ਸਾਨੂੰ ਆਪ ਸਵਾਰਨਾ ਪੈਣਾ। ਸਾਡੀ ਜਥੇਬੰਦੀ ਦਾ ਨਾਅਰਾ ਵੀ ਹੈ, ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ। ਇਸ ਕਰਕੇ ਸੰਘਰਸ਼ ਹੀ ਇੱਕੋ ਰਾਹ ਹੈ। ਸਾਨੂੰ ਹਰ ਵੇਲੇ ਸੰਘਰਸ਼ਾਂ 'ਤੇ ਰਹਿਣਾ ਪੈਂਦਾ। ਨਰਮੇ ਦੀ ਗੱਲ ਕੀਤੀ ਆ ਤੁਸੀਂ, ਹਲੇ ਵੀ ਕਹਿੰਦੇ ਕਿਸਾਨਾਂ ਨੂੰ ਕਈ ਨੂੰ ਮੁਆਵਜ਼ਾ ਨਹੀਂ ਮਿਲਿਆ, ਮਜ਼ਦੂਰਾਂ ਨੂੰ ਤਾਂ ਬਿਲਕੁਲ ਹੀ ਨਹੀਂ ਮਿਲਿਆ। ਤੇ ਪਰ ਦੂਜਾ ਜਿਹੜਾ ਕਣਕ ਦਾ ਝਾੜ ਵੀ ਕਿਸਾਨ ਕਹਿੰਦੇ 10 ਤੋਂ 15 ਮਣ ਘਟ ਗਿਆ ਇਸ ਵਾਰ। ਹਰ ਵੇਲੇ ਇਹ ਵੀ ਇਹੋ ਨੀਤੀਆਂ ਦੀ ਮਾਰ ਹੈ। ਨਰਮੇ ਵਾਲਾ ਮੁਆਵਜ਼ਾ ਅਸੀਂ ਵੰਡਣ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹਜੇ ਤੱਕ ਸਾਡੀ ਲੜਾਈ ਛੱਡੀ ਨਹੀਂ। ਲੜਾਈ ਜਾਰੀ ਹੈ। ਲੜ ਘੁਲ ਕੇ ਲਿਆ ਨਗੂਣਾ ਉਹ ਵੀ ਦੇਣ ਨੂੰ ਤਿਆਰ ਨਹੀਂ। ਹੁਣ ਉਦੋਂ ਉੱਤੇ ਮਾਰ ਪੈਗੀ ਵੱਡੀ। ਅੱਜ ਜਿੱਥੇ ਅਸੀਂ MSP ਨਾਲ ਸੰਬੰਧਿਤ 11 ਮੰਗਾਂ ਕੱਢ ਗਏ, ਸਾਡੀ 12ਵੀਂ ਮੰਗ ਸਾਡੀ ਜਥੇਬੰਦੀ ਨੇ ਅਸੀਂ ਕੁਆਂਟਲ ਤੇ 300 ਰੁਪਇਆ ਮੰਗ ਕੀਤੀ ਹੋਈ ਹੈ। ਪਰ ਉਹ ਭਾਵੇਂ 300 ਕਰ ਲਿਆ, ਉਹ ਅਸੀਂ ਚਾਹੁੰਦੇ ਹਾਂ ਵੀ ਆਪ ਦਾ ਪੂਰਾ ਘਾਟਾ ਪੂਰਤਾ ਹੋਵੇ। ਅੱਜ ਜਿਹੜੀ ਜਿੰਨਾ ਵੀ ਕਿਸਾਨ ਨੂੰ ਏਕੜ ਮਗਰ ਕੁਆਂਟਲ ਮਗਰ ਘਾਟਾ ਪੈ ਗਿਆ, ਜਿੰਨੇ % ਬਣ ਗਿਆ, ਅੱਜ ਦੇ ਅਖਬਾਰਾਂ ਦੀਆਂ 4-4 ਰਿਪੋਰਟਾਂ ਹੈਗੀਆਂ ਵੀ 15 ਤੋਂ 20% ਦਾ ਘਾਟਾ ਪੈ ਗਿਆ। ਉਸ ਨੂੰ ਰੋਸ਼ੋ ਮੰਨ ਕੇ ਇਹ ਘਾਟਾ ਪੂਰਤੀ ਹੋਣੀ ਚਾਹੀਦੀ ਹੈ। ਜੇ ਨਹੀਂ ਕਰਨਗੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਵੀ ਘੋਲ ਲੜਾਂਗੇ। ਪਿਛਲੇ ਕੱਲ੍ਹ ਹੀ ਸਾਡੀ CM ਸਾਹਿਬ ਨਾਲ ਮੀਟਿੰਗ ਹੋਈ ਹੈ, ਉਹਦੇ ਵਿੱਚ ਵੀ ਅਸੀਂ ਇਹ ਮੁੱਦਾ ਰੱਖਿਆ ਵੀ ਭਾਈ ਇਹ ਜਿਹੜਾ ਘਾਟਾ ਪਿਆ ਕਿਸਾਨ ਨੂੰ, ਘੱਟੋ ਘੱਟ ਝਾੜ ਘਟਿਆ, ਇਹ ਮਤਲਬ ਪੂਰਾ ਹੋਣਾ ਚਾਹੀਦਾ। ਤੇ ਇਹ ਤੋਂ ਉਲਟਾ ਜੇ ਕੋਈ ਕੇਂਦਰ ਸਰਕਾਰ, ਜਿਵੇਂ ਕੇਂਦਰ ਨੇ ਏਜੰਸੀਆਂ ਭੇਜੀਆਂ ਵੀ ਇਹ ਮਾਪਦੰਡਾਂ ਦੀ ਖਾਤਰ ਇਹ ਮਾਪਤੇ ਨਹੀਂ ਪੂਰਾ ਉਤਰਦੇ, ਦਾਣੇ ਸੂੰਗੜ ਗਏ ਜੀ, ਇਹਦੀ ਪਰਸੈਂਟੇਜ ਵੱਧ ਗਈ, ਜੇ ਇਹੋ ਜਿਹਾ ਕਰਨਗੇ ਤਾਂ ਆਉਣ ਵਾਲੇ ਦਿਨਾਂ ਦੇ ਇਸ ਮੁੱਦਿਆਂ ਤੇ ਵੀ ਘੋਲ ਹੋਊਗਾ। ਪ੍ਰਧਾਨ ਜੀ, ਕਿਸਾਨ ਤੇ ਮਜ਼ਦੂਰ ਸਭ ਤੋਂ ਜ਼ਿਆਦਾ ਮਿਹਨਤ ਕਰਦਾ, ਸਭ ਤੋਂ ਜ਼ਿਆਦਾ ਜਿਹੜਾ ਕੋਸ਼ਿਸ਼ ਕਰਦਾਗਾ, ਤੇ ਕਰਜ਼ਾ ਲਗਾਤਾਰ ਉਹਦੇ ਸਿਰ ਵੀ ਸਭ ਤੋਂ ਜ਼ਿਆਦਾ ਚੜ੍ਹਦਾ, ਤੇ ਖੁਦਕਸ਼ੀਆਂ ਵੀ ਸਭ ਤੋਂ ਜ਼ਿਆਦਾ ਕਿਸਾਨ ਮਜ਼ਦੂਰ ਕਰਦਾਗਾ ਭਾਰਤ ਦੇ ਵਿੱਚ। ਕੀ ਕਾਰਨ ਹੈ? ਇਹੀ ਵਰਗ ਕਿਉਂ ਜਿਹੜਾ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ? ਕਿਵੇਂ ਇਹਦਾ ਹੱਲ ਹੋਊਗਾ? ਇਹੀ ਹੈ ਨਾ, ਇਹਦੇ ਪੱਖ ਦਾ ਕੋਈ ਸਰਕਾਰ ਹੀ ਨਹੀਂ ਆਈ। ਇਹੀ ਲੜਾਈ ਪਹਿਲਾਂ 47 ਤੋਂ ਪਹਿਲਾਂ ਚੱਲਦੀ ਸੀ। 47 ਦੇ ਵਿੱਚ ਇੱਕ ਹਾਕਮਾਂ ਨੇ ਭੁਲੇਖਾ ਪਾਤਾ ਸਾਡੇ ਲੋਕਾਂ ਨੂੰ ਵੀ ਭਾਈ ਹੁਣ ਲੋਕਾਂ ਦਾ ਰਾਜ ਆ ਗਿਆ। ਅਸਲ ਵਿੱਚ ਕਿਰਤੀ ਲੋਕਾਂ ਦਾ ਰਾਜ ਹੀ ਨਹੀਂ ਆਇਆ। ਰਾਜ ਉਹਨਾਂ ਹੀ ਲਟੇਰੇ ਹਾਕਮਾਂ ਦਾ, ਉਹੀ ਜਿਹੜੇ ਸਾਮਰਾਜੀ ਨੀਤੀਆਂ ਹੈ ਉਹੀ ਬਰਕਰਾਰ ਨੂੰ। ਇਹ ਬੁਰਕਾ ਪਾਇਆ 47 ਵੇਲੇ ਵੀ ਇਹੀ। ਜੇ ਭਗਤ ਸਿੰਘ ਦੀ ਆਪਾਂ ਲਿਖਤ ਚੱਕੋ, ਉਹਨੇ ਫਾਂਸੀ ਚੜ੍ਹਨ ਵੇਲੇ ਕਹਿਤਾ ਸੀ ਪਿਆਰੇ ਲੋਕੋ ਹੁਣ ਤੁਹਾਨੂੰ ਜਿਹੜੀ ਆਜ਼ਾਦੀ ਦੀ ਅਸੀਂ ਸੁਪਨਾ ਲਿਆ ਸੀ ਉਹ ਨਹੀਂ ਆਉਂਦੀ। ਇਹ ਆਜ਼ਾਦੀ ਦੀ ਜੰਗ ਤਾਂ ਜਾਰੀ ਰਹੂਗੀ। ਉਹ ਜੰਗ ਜਾਰੀ ਹੈ। ਕਿਰਤੀ ਲੋਕਾਂ ਦੇ ਖਿਲਾਫ ਨੀਤੀਆਂ ਬਣਦੀਆਂ, ਇਸ ਕਰਕੇ ਕਿਰਤੀ ਲੋਕਾਂ ਤੇ ਮਾਰ ਪੈਂਦੀ ਹੈ। ਇਸੇ ਕਰਕੇ ਕਿਰਤੀ ਲੋਕ ਫਿਰ ਖੁਦਕਸ਼ੀਆਂ ਕਰਦੇ ਆ। ਜਦੋਂ ਕਿਤੇ ਕਿਰਤੀ ਲੋਕਾਂ ਦੇ ਪੱਖ 'ਚ ਨੀਤੀਆਂ ਬਣੀਆਂ, ਇਹ ਖੁਸ਼ਹਾਲ ਹੋ ਜਾਣਗੇ। ਖੇਤੀ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੇ ਵਰਗ ਕਿਸਾਨਾਂ ਮਜ਼ਦੂਰਾਂ ਦੇ ਨਾਲ ਸੰਘਰਸ਼ ਦੇ ਵਿੱਚ ਕੁੱਦੇ ਸੀ। ਦਿੱਲੀ ਦੇ ਵਿੱਚ ਕੇਂਦਰ ਸਰਕਾਰ ਨੂੰ ਝੁਕਾ ਲਿਆ ਸੀ। ਉਸ ਤੋਂ ਬਾਅਦ ਵੋਟਾਂ ਆਈਆਂ, ਕਈ ਜਥੇਬੰਦੀਆਂ ਵੱਲੋਂ ਸਿਆਸੀ ਸਫ਼ਰ ਸ਼ੁਰੂ ਕੀਤਾ, ਤੇ ਉਸੇ ਤਰ੍ਹਾਂ ਫਿਰ ਜਿਹੜੇ ਵੰਡੇ ਗਏ ਰਾਜਨੀਤਿਕ ਪਾਰਟੀਆਂ ਨਾਲ ਕੁਝ ਸਿਆਸੀ ਜਿਹੜੀਆਂ ਪਾਰਟੀਆਂ ਕਿਸਾਨੀ ਬਣੀਆਂ ਨੇ, ਫਿਰ ਦੁਬਾਰਾ ਆਪਸੀ ਫੁੱਟ ਜਿਹੜੀ ਆਈ ਹੈਗੀ। ਦੇਖੋ, ਇਹਨਾਂ ਨੇ ਵਿਰਸੇ 'ਚੋਂ ਲਈ ਹੋਈ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ। ਉਸੇ ਨੀਤੀ ਤੇ ਚੱਲ ਰਹੇ। ਅੰਗਰੇਜ਼ਾਂ ਦੀ ਵੀ ਇਹੀ ਸੀ, ਇਹੀ ਸਾਡੇ ਸਮੇਂ ਦੇ ਹਾਕਮਾਂ ਦੇ। ਇਹੀ ਗੱਲ ਤਾਂ ਜਿਵੇਂ ਮੈਂ ਪਹਿਲਾਂ ਕਿਹਾ, ਉਸ ਗੱਲ ਤੇ ਮੋਹਰ ਲਾਉਂਦੀ ਹੈ। ਇਹ ਵੰਡ ਕੇ ਰੱਖਦੇ ਆ। ਇਹ ਇਹਨਾਂ ਨੂੰ ਕੋਲੇ ਪਾੜਨ ਦੀਆਂ ਚਾਲਾਂ ਹੈਗੀਆਂ। ਜਿਵੇਂ ਕਿਸਾਨ ਅੰਦੋਲਨ ਦੀ ਇੱਕ ਠੁੱਕ ਬਣੀ ਹੋਈ ਸੀ, ਠੀਕ ਆ, ਅਸੀਂ ਸਮਝਦੇ ਹਾਂ ਉਹਨੂੰ ਢਾਲ ਲੱਗੀ ਆ। ਕੁਛ ਜਥੇਬੰਦੀਆਂ ਸਾਡੇ ਵੀਰ ਆ ਜਿਹੜੇ ਉਹ ਚੋਣਾਂ ਦੀ ਖੇਡ ਚਲੇ ਗਏ। ਪਰ ਅਸੀਂ ਉਦੋਂ ਕਹਿੰਦੇ ਰਹੇ ਹਾਂ ਵੀ ਕੁਛ ਇਹੋ ਜਿਹਾ ਸਮਾਂ ਵੀ ਹੁੰਦਾ, ਮੱਛੀ ਪੱਤਣ ਚੱਟ ਕੇ ਵੀ ਮੁੜੇ ਆਉਂਦੀ ਹੈ। ਉਹ ਵੀਰ ਮੁੜਨਗੇ, ਜਿਹੜੇ ਨਹੀਂ ਮੁੜਨਗੇ ਉਹ ਛਾਂਗੇ ਜਾਣਗੇ ਲੋਕਾਂ 'ਚੋਂ। ਜਿਹੜੇ ਦੇਖੋ ਲੋਕਾਂ ਦੇ ਪੱਖ ਦੀ ਲੜਾਈ ਲੜਨਗੇ। ਚੋਣ ਵਾਲੀ ਖੇਡ ਅਸੀਂ ਸਮਝਦੇ ਹਾਂ। ਸਾਡੀ ਜਥੇਬੰਦੀ ਦਾ ਤਾਂ ਨਿਰਣਾ ਹੈ ਵੀ ਚੋਣ ਵਾਲੀ ਖੇਡ ਉਹਨਾਂ ਦੀ ਹਾਕਮਾਂ ਦੀ ਖੇਡ ਹੈ। ਇਸੇ ਕਰਕੇ ਅਸੀਂ ਸਾਡੇ ਲੋਕਾਂ ਨੂੰ ਸੱਦਾ ਦਿੰਦੇ ਹਾਂ, ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ, ਵੀ ਚੋਣਾਂ ਕੋਈ ਮਸਲੇ ਦਾ ਹੱਲ ਨਹੀਂ। ਕਿਉਂਕਿ ਚੋਣਾਂ ਉਹਨਾਂ ਦੀ ਖੇਡ ਆ। ਚੋਣਾਂ ਤਾਂ ਸਾਨੂੰ ਫੁੱਟ ਪਾਉਂਦੀਆਂ, ਪਾੜਦੀਆਂ। ਇਹੀ ਕੁਛ ਦਿੱਲੀ ਅੰਦੋਲਨ ਵਾਲੇ ਮਾਮਲੇ 'ਚ ਮੋਰਚੇ 'ਚ ਫੁੱਟ ਪਾਉਣ ਦਾ ਯਤਨ ਕੀਤਾ ਉਹਨਾਂ ਨੇ, ਪਰ ਕਿਤੇ ਨਹੀਂ ਜਾਂਦਾ ਉਹ। ਮੋਰਚਾ ਕਾਇਮ ਹੈ। ਆਹ ਮੋਰਚੇ ਦੇ ਸੱਦੇ ਤੇ ਸਾਰੇ ਮੁਲਕ ਦੇ ਵਿੱਚ ਹਫ਼ਤਾ ਭਰ ਚੱਲ ਰਹੇ ਆ। ਅੱਜ ਹੀ ਮੋਰਚੇ ਦੀ ਤਾਜ਼ੀ ਜਿੱਤ ਤੁਹਾਨੂੰ ਕਹਿੰਦਾ, ਤੁਹਾਡੇ ਸਭ ਨੂੰ, ਸਾਰੇ ਕਿਰਤੀ ਲੋਕਾਂ ਨੂੰ ਵਧਾਈ ਦੇ। ਆਸ਼ੀਸ਼ ਮਿਸਤਰੀ ਦੀ ਜਿਹੜੀ ਜ਼ਮਾਨਤ ਦੇਤੀ ਸੀ ਉਹਨਾਂ ਨੇ ਹਾਈ ਕੋਰਟ ਨੇ, ਸੁਪਰੀਮ ਕੋਰਟ 'ਚੋਂ ਰੱਦ ਹੋਈ ਹੈ। ਇਹ ਲੋਕਾਂ ਦੀ ਤਾਕਤ ਦਾ ਸਿੱਟਾ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗੇ ਹੋਏ ਆ ਦਮ ਰੱਖ ਕੇ ਕਿ ਇੱਕ ਦਿਨ ਕਿਰਤੀਆਂ ਦਾ ਵੀ ਆਊਗਾ।
ਪ੍ਰਧਾਨ ਜੀ, ਜਿਸ ਤਰ੍ਹਾਂ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ ਜਿਹੜੀਆਂ ਪਾਰਟੀਆਂ ਦੇ, ਦੂਜੀਆਂ ਪਾਰਟੀਆਂ ਜਿਹੜੀਆਂ ਸੰਘਰਸ਼ ਕਰਦੀਆਂ ਰਹੀਆਂ ਨੇ ਉਹਨਾਂ ਨੇ ਸਿਆਸੀ ਸਫ਼ਰ ਸ਼ੁਰੂ ਨਹੀਂ ਕੀਤਾ, ਸਾਰੀਆਂ ਪਾਰਟੀਆਂ ਦੁਬਾਰਾ ਇਕੱਠੇ ਹੋਣਗੇ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ? ਲਾਜ਼ਮੀ ਹੋਣਗੇ, ਲੋਕਾਂ ਦੀ ਲੋੜ ਹੈ। ਜਿਹੜਾ ਲੋਕਾਂ ਦੇ ਭਾਵਨਾਵਾਂ ਤੇ ਇਕੱਠਾ ਨਹੀਂ ਹੋਊਗਾ ਉਹ ਮਾਂਜਿਆ ਜਾਊਗਾ। ਇਹ ਕੋਈ ਪਹਿਲੀ ਗੱਲ ਨਹੀਂ, ਚੋਣਾਂ ਲੜਨਾ ਕੋਈ ਮਾੜੀ ਗੱਲ ਨਹੀਂ, ਲੜਦੇ ਆ, ਚੋਣਾਂ ਲੜੀ ਜਾਣ, ਅੱਡ ਲੜੀ ਜਾਣ। ਪਰ ਜੇ ਕੋਈ ਅੰਦੋਲਨ ਨੂੰ ਚੋਣਾਂ ਖਾਤਰ ਵਰਤੂਗਾ, ਅੰਦੋਲਨ ਨੂੰ ਚੋਣਾਂ ਖਾਤਰ ਪਹਿਲਾਂ ਲੱਖੋਵਾਲ ਨੇ ਵੀ ਵਰਤਿਆ ਸੀ, ਉਹਦਾ ਕੀ ਬਣ ਗਿਆ? ਅੱਜ ਰਾਜੇਵਾਲ ਨੇ ਵਰਤਾ, ਉਹਦਾ ਕੀ ਬਣ ਗਿਆ? ਕੱਲ੍ਹ ਹੀ ਤੁਸੀਂ ਦੇਖ ਲਓ, ਸਰਕਾਰਾਂ ਨੇ ਜਿਹੜਾ ਕੰਮ ਕਰਨਾ ਹੁੰਦਾ ਹੈ, ਜਿਹੜਾ ਰਾਜੇ ਵਾਲਾ ਮਾਰਕਾ ਜਥੇਬੰਦੀਆਂ ਉਹਨਾਂ ਨੂੰ ਬੁਲਾਇਆ ਤੱਕ ਨਹੀਂ ਮੀਟਿੰਗ ਦੇ ਵਿੱਚ, ਅੱਡ ਨਖੇੜ ਕੇ ਰੱਖਿਆ। ਲੜਨਗੀਆਂ ਜਥੇਬੰਦੀਆਂ ਨਾਲ 23 ਜਥੇਬੰਦੀਆਂ ਨਾਲ ਅੱਡ ਕੀਤੀ ਹੈ ਮੀਟਿੰਗ, ਸਾਡੀ ਜਥੇਬੰਦੀ ਨਾਲ ਅੱਡ ਮੀਟਿੰਗ ਕਰੀ ਹੈ। ਉਹਨਾਂ ਨੂੰ ਵੀ ਪਤਾ ਵੀ ਲੜਨ ਵਾਲੇ ਕਿਹੜੇ ਪਾਸੇ ਉਹ ਨਖੇੜੇ ਜਾਂਦੇ ਆ, ਇਹ ਨਿਖੜ ਜਾਣਗੇ ਲੋਕਾਂ ਤੋਂ। ਠੀਕ ਹੈ, ਬਿਲਕੁਲ। ਵੀਕੇ ਜੁਗਰਾਹਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈਗਾ ਤੇ ਅੱਜ ਵੀ ਜਿਹੜਾ ਮਾਨਸਾ ਡੀਸੀ ਦਫ਼ਤਰ ਨੇੜੇ ਧਰਨਾ ਲਗਾ ਕੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਕਿ ਕਿਸਾਨਾਂ ਦੀਆਂ ਫਸਲਾਂ ਉੱਪਰ MSP ਲਾਗੂ ਕੀਤੀ ਜਾਵੇ ਤੇ ਜਿਹੜੀਆਂ ਮੰਗਾਂ ਬਾਕੀ ਲਟਕਦੀਆਂ ਪਈਆਂ ਨੇ, ਕਿਸਾਨਾਂ ਦੇ ਉੱਪਰ ਜਿਹੜੇ ਦਰਜ ਕੀਤੇ ਪਰਚੇ ਆ ਉਹ ਵੀ ਰੱਦ ਕੀਤੇ ਜਾਣ। ਉੱਥੇ ਹੀ ਵੀਕੇ ਜੁਗਰਾਹਾਂ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਵੀਕੇ ਜੁਗਰਾਹਾਂ ਹਰ ਤਰ੍ਹਾਂ ਦੀ ਪਹਿਲਾਂ ਦੀ ਤਰ੍ਹਾਂ ਜਿਹੜਾ ਸੰਘਰਸ਼ ਲੜਦੀ ਰਹੇਗੀ। ਕੈਮਰਾਮੈਨ ਨਿਖਲ ਦੇ ਨਾਲ ਅਮਰਜੀਤ ਸਿੰਘ, ਪੰਜਾਬ ਟੂਡੇ, ਮਾਨਸਾ। ਹਾਈ ਵੋਲਟੇਜ ਸਪਾਰਕਿੰਗ ਨਾਲ ਲੱਗੀ ਅੱਗ। ਲੁਧਿਆਣਾ ਜਮਾਲਪੁਰ ਨਜ਼ਦੀਕ ਪੁਲਿਸ ਕਾਲੋਨੀ ਚੌਂਕ ਬਣੇ ਹਾਤੇ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਸ਼ਾਰਟ ਸਰਕਟ ਨਾਲ ਲੱਗੀ। ਜਾਣਕਾਰੀ ਮੁਤਾਬਕ ਅਹਾਤਾ ਮਾਲਿਕ ਅਤੇ ਨੌਕਰ ਨੇ ਦੱਸਿਆ ਕਿ ਨਾਲ ਹੀ ਬਿਜਲੀ ਦੀਆਂ ਤਾਰਾਂ ਸਨ। ਸਪਾਰਕਿੰਗ ਹੋਣ ਕਾਰਨ ਅੱਗ ਦੀਆਂ ਚਿੰਗਾਰੀਆਂ ਨਿਕਲਣ ਨਾਲ ਸੈਂਡ ਅਤੇ ਹੋਰ ਪਏ ਸਮਾਨ ਨੂੰ ਆਪਣੇ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਰ ਜਾਨੀ ਕੋਈ ਨੁਕਸਾਨ ਨਹੀਂ ਹੋਇਆ। ਕਰੀਬ 3 ਲੱਖ ਰੁਪਏ ਦੇ ਨੁਕਸਾਨ ਦੱਸਿਆ ਗਿਆ ਹੈ। ਇਹ ਸਰ ਸਾਨੂੰ 9:20 ਤੇ ਇਤਲਾਹ ਆਈ ਸੀਗੀ ਤੇ ਇਹ ਸਾਨੂੰ ਕਾਲ ਆਈ ਸੀਗੀ 9:20 ਤੇ। ਆਪਾਂ ਤੁਰੰਤ 4-5 ਮਿੰਟ 'ਚ ਰਿਪੋਰਟ ਕੀਤੀ ਔਰ ਇੱਕ ਗੱਡੀ ਆਈ ਸੀਗੀ ਤੇ ਆਪਾਂ ਇਹ ਹਾਤਾ ਸੀਗਾ, ਪੂਰਾ ਕਵਰ ਸੀਗਾ, ਇਹ AC ਹਾਤਾ ਸੀਗਾ ਤੇ ਮੌਕੇ ਤੇ ਇਹਨੂੰ ਕੰਟਰੋਲ ਕੀਤਾ ਆਪਾਂ। ਦੇਖਿਆ ਗਿਆ ਜੀ ਮੌਕੇ ਤੇ ਨੁਕਸਾਨ ਜਿਹਦਾ ਹਾਈ ਵੋਲਟੇਜ ਦੀਆਂ ਤਾਰਾਂ ਵੀ ਉੱਪਰ ਸੀਗੀਆਂ। ਹਾਂਜੀ, ਇਹ ਇਹਨਾਂ ਨੂੰ ਦੇਖਣਾ ਚਾਹੀਦਾ ਸੀਗਾ ਪਹਿਲਾਂ ਕਿ ਇਹ ਮੌਕੇ ਤੇ ਉੱਪਰ ਵੱਡੀਆਂ ਤਾਰਾਂ ਨਿਕਲ ਰਹੀਆਂ 11000 ਵੋਲਟ। ਠੀਕ ਹੈ ਜੀ, ਇਹਨਾਂ ਨੂੰ ਇਹ ਦੇਖਦੇ ਹੋਏ ਫਿਰ ਹੀ ਇਹਨਾਂ ਨੂੰ ਬਣਾਉਣਾ ਚਾਹੀਦਾ ਸੀਗਾ ਤੇ ਉਹਦੇ ਕਰਕੇ ਮੇਨ ਨੁਕਸਾਨ ਲੱਗਦਾ ਕਿ ਸ਼ਾਰਟ ਸਰਕਟ ਦੇ ਨਾਲ ਹੀ ਇਹ ਸਾਰੀ ਚੀਜ਼ਾਂ ਨੂੰ ਫੈਲ ਗਈ ਔਰ ਠੇਕੇ ਦਾ ਬਚਾਅ ਹੋ ਗਿਆ ਅੱਗ ਲੱਗਣ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜੀ, ਬਿਲਕੁਲ ਨਹੀਂ ਜੀ, ਕੋਈ ਜਾਨੀ ਨੁਕਸਾਨ ਨਹੀਂ ਸੀਗਾ। ਮੌਕੇ ਤੇ ਆ ਕੇ ਦੇਖਿਆ ਕੋਈ ਨਹੀਂ ਸੀਗਾ। ਇਸ ਵੇਲੇ ਜਿਹੜੇ ਇਹਦੇ ਛੱਪੜ ਯਾਰਾ ਬਣਾਇਆ ਸੀਗਾ ਇਹਨਾਂ ਨੇ ਸਾਰਾ ਗਿਰ ਗਿਆ ਔਰ ਪੱਕੇ ਕਾਫੀ ਨੁਕਸਾਨ ਹੋਇਆ, ਅੰਦਰ AC ਵਗੈਰਾ ਪਈ ਸੀਗੇ। ਹਾਂਜੀ, ਸਭ ਜਲ ਕੇ ਨਹੀਂ ਜੀ, ਬਿਲਕੁਲ ਸਵਾਹ ਹੋ ਗਿਆ ਜੀ, ਬਿਲਕੁਲ ਸੜ ਗਿਆ ਜੀ, ਬਿਲਕੁਲ। ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਬੈਂਕ ਦੇ ਮੁੱਖ ਦਫ਼ਤਰ ਵਿਖੇ ਜ਼ੋਰਦਾਰ ਧਰਨਾ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਵਿਰੁੱਧ ਸੈਂਟਰਲ ਕੋਆਪਰੇਟਿਵ ਬੈਂਕ ਇੰਪਲਾਈਜ਼ ਯੂਨੀਅਨ ਦੇ ਸਮੂਹ ਕਰਮਚਾਰੀਆਂ ਅਤੇ ਪੰਜਾਬ ਕੋਆਪਰੇਟਿਵ ਬੈਂਕ ਐਮਪਲਾਈਜ਼ ਫੈਡਰੇਸ਼ਨ ਦੇ ਸੱਦੇ ਤੇ ਸੰਘਰਸ਼ ਛੇੜਦੇ ਹੋਏ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਿਰੁੱਧ ਬੈਂਕ ਦੇ ਮੁੱਖ ਦਫ਼ਤਰ ਵਿਖੇ ਜ਼ੋਰਦਾਰ ਧਰਨਾ ਦਿੱਤਾ। ਇਹੋ ਜਿਹੀ ਜ਼ਰੂਰੀ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ। ਮੈਂ ਅਮਰਿੰਦਰ ਸਿੰਘ, ਕੋਆਪਰੇਟਿਵ ਬੈਂਕ ਫਤਿਹਗੜ੍ਹ ਸਾਹਿਬ ਦੀ ਯੂਨੀਅਨ ਵੱਲੋਂ ਅੱਜ ਜਿਹੜਾ ਸਟੇਟ ਫੈਡਰੇਸ਼ਨ ਦਾ ਸੱਦਾ ਆਇਆ ਹੈ ਪੈਨ ਡਾਊਨ ਸਟ੍ਰਾਈਕ ਦਾ, ਉਹ 'ਚ ਸਾਡੇ ਸਾਰੇ ਮੁਲਾਜ਼ਮਾਂ ਨੇ, ਪੂਰੀਆਂ 25 ਬ੍ਰਾਂਚਾਂ ਦੇ ਮੁਲਾਜ਼ਮਾਂ ਨੇ ਪੂਰਾ ਪੈਨ ਡਾਊਨ ਸਟ੍ਰਾਈਕ ਕੀਤੀ ਹੈ। ਤੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਸਾਡੇ ਪੇ ਕਮਿਸ਼ਨ 6ਵਾਂ ਪੇ ਕਮਿਸ਼ਨ ਲਾਗੂ ਨਾ ਕੀਤਾ ਗਿਆ ਤੇ ਇਹ ਸੰਘਰਸ਼ ਇਸੇ ਤਰੀਕੇ ਨਾਲ ਜਾਰੀ ਰਹੇਗਾ। ਕੀ ਮੰਗਾਂ ਨੇ ਸਰ? ਸਾਡੀਆਂ ਮੰਗਾਂ ਇਹ ਨੇ ਵੀ ਪੰਜਾਬ ਸਰਕਾਰ ਵੱਲੋਂ 6ਵਾਂ ਪੇ ਕਮਿਸ਼ਨ ਸਾਡੇ ਕੋਆਪਰੇਟਿਵ ਬੈਂਕ ਮੁਲਾਜ਼ਮਾਂ 'ਤੇ ਲਾਗੂ ਕਰ ਦਿੱਤਾ ਹੈ। ਅਪੈਕਸ ਬੈਂਕ ਦੇ ਮੈਜੋਰਟੀ ਮੁਲਾਜ਼ਮਾਂ ਦੇ ਉੱਤੇ ਲਾਗੂ ਹੋ ਚੁੱਕਿਆ ਹੈ, ਪਰ ਹੁਣ ਕੋਈ ਨਾਮਾਲੂਮ ਕਾਰਨਾਂ ਕਰਕੇ ਇਹਨਾਂ ਨੇ ਜਿਹੜਾ ਅੱਗੇ ਉਹਦੀ ਆਪਰੇਸ਼ਨ ਹੈ ਉਹ ਰੋਕਤੀ ਹੈ। ਮਤਲਬ ਅੱਧੇ ਮੁਲਾਜ਼ਮਾਂ 'ਤੇ ਲਾਗੂ ਹੋ ਚੁੱਕਿਆ ਹੈ, ਅੱਧੇ ਮੁਲਾਜ਼ਮਾਂ ਦੀਆਂ ਜਿਹੜੀਆਂ ਫਿਕਸੇਸ਼ਨਾਂ ਰੋਕਤੀਆਂ। ਅਸੀਂ ਇਹੀ ਮੰਗ ਕਰਦੇ ਹਾਂ। ਇੱਕ ਚਿੱਠੀ ਹੈ 4/3/2022 ਦੀ, ਜਿਹੜੀ ਕਿ ਪਿਛਲੀ ਸਰਕਾਰ ਵੱਲੋਂ ਕੱਢੀ ਗਈ ਸੀ, ਉਹਨੂੰ ਜਾਣਬੁੱਝ ਕੇ ਸਾਡੇ ਤੋਂ ਤੋੜ ਮਰੋੜ ਕੇ ਲਾਗੂ ਕੀਤਾ ਜਾ ਰਿਹਾ ਹੈ। ਤੇ ਅਸੀਂ ਇਹੀ ਕਹਿੰਦੇ ਹਾਂ ਵੀ ਜਿਵੇਂ ਸਾਡੀ ਫਿਕਸੇਸ਼ਨਾਂ ਹੋ ਚੁੱਕੀਆਂ ਪਹਿਲਾਂ, ਉਸੇ ਤਰ੍ਹਾਂ ਤੇ ਸਾਨੂੰ ਜਿਹੜੀਆਂ ਫਿਕਸੇਸ਼ਨ ਸਾਡੇ ਬਾਕੀ ਰਹਿੰਦੇ ਮੁਲਾਜ਼ਮ ਨੇ ਉਹਨਾਂ ਦੀ ਕੀਤੀਆਂ ਜਾਣ। ਅੱਜ ਅਸੀਂ ਫੈਡਰੇਸ਼ਨ ਚੰਡੀਗੜ੍ਹ ਵੱਲੋਂ ਦਿੱਤੇ ਗਏ ਅਣਮਿੱਥੇ ਸਮੇਂ ਲਈ ਹੜਤਾਲ ਦੇ ਸੱਦੇ ਤੇ ਅਸੀਂ ਕਲਮ ਛੋੜ ਹੜਤਾਲ ਕਰ ਰਹੇ ਹਾਂ, ਜੋ ਕਿ 6ਵੇਂ ਪੇ ਕਮਿਸ਼ਨ ਦੇ ਸਾਰੇ ਪੰਜਾਬ ਦੇ ਸਮੂਹ ਸਰਕਾਰੀ ਬੈਂਕਾਂ ਦੇ ਵਿੱਚ ਲਾਗੂ ਨਾ ਹੋਣ ਦੇ ਸੰਬੰਧ ਵਿੱਚ ਕੀਤੀ ਜਾ ਰਹੀ ਹੈ। ਤੇ ਜੇਕਰ ਸਾਡੀਆਂ ਮੰਗਾਂ ਨਾ ਮੰਗੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ।